ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 17 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣਗੇ। आओ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਆਪਣੇ ਸਿਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ 'ਚ ਚਲੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ, ਜਿਸ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਨਾਲ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ। ਖਾਸ ਤੌਰ ਤੇ ਖੁਦਾਵੰਦ ਤੇਰੀ ਦਿੱਤੀ ਤੰਦਰੁਸਤੀ ਦੇ ਲਈ, ਜੋ ਤੂੰ ਸਾਨੂੰ ਤੰਦਰੁਸਤੀ ਦਿੱਤੀ ਉਸ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ। ਤਮਾਮ ਸੁਣਨ ਵਾਲਿਆਂ ਨੂੰ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਉਹਨਾਂ ਨੂੰ ਵੀ ਤੰਦਰੁਸਤੀ ਤੇ ਜ਼ਿੰਦਗੀ ਦੇ। ਖਾਸ ਤੌਰ ਤੇ ਖੁਦਾਵੰਦ ਅੱਜ ਦੇ 17ਵੇਂ ਜ਼ਬੂਰ ਦੇ ਲਈ ਦੁਆ ਕਰਦੇ ਹਾਂ। ਜੋ ਕੁਛ ਵੀ ਤੇਰਾ ਖਾਦਮ ਉਸ ਦੇ ਵਿੱਚੋਂ ਸਾਨੂੰ ਸਿਖਾਉਂਦੇ ਨੇ, ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਉਹਨਾਂ ਨੂੰ ਵੀ ਤੇਰੇ ਪਵਿੱਤਰ ਲਹੂ ਦੇ ਵਿੱਚ ਖੁਦਾਵੰਦ ਮਸਤਕ ਕਰਦੇ ਹਾਂ। ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਨਾਮ 'ਚ ਸੁਣ ਤੇ ਕਬੂਲ ਕਰ ਲੈ। ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੱਜ ਅੰਕਲ ਕਾਸ਼ਿਫ ਮੌਜੂਦ ਹੈ ਤੇ ਇਹਨਾਂ ਤੋਂ ਮੈਂ ਰਿਕੁਐਸਟ ਕਰਾਂਗੀ ਕਿ ਜ਼ਬੂਰ ਦਾ ਪਹਿਲਾ ਹਿੱਸਾ ਸਾਨੂੰ ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਜੈ ਮਸੀਹ ਦੀ ਸਾਰਿਆਂ ਨੂੰ। ਜੈ ਮਸੀਹ ਦੀ। ਜ਼ਬੂਰ 17 ਦਾ ਪਹਿਲਾ ਹਿੱਸਾ ਮੈਂ ਗਾ ਕੇ ਸੁਣਾਵਾਂਗਾ। ਰੱਖ ਧਿਆਨ ਫਰਿਆਦ ਤੇ ਮੇਰੀ, ਸੱਚ ਨੂੰ ਸੁਣ ਤੂੰ ਐ ਖੁਦਾ। ਰੱਖ ਧਿਆਨ ਫਰਿਆਦ ਤੇ ਮੇਰੀ, ਸੱਚ ਨੂੰ ਸੁਣ ਤੂੰ ਐ ਖੁਦਾ। ਰੱਖ ਧਿਆਨ ਫਰਿਆਦ ਤੇ ਮੇਰੀ, ਸੱਚ ਨੂੰ ਸੁਣ ਤੂੰ ਐ ਖੁਦਾ। ਕੰਨ ਧਰ ਆਪਣਾ ਉਸ ਤੇ ਯਾ ਰੱਬ, ਦਿਲ ਥੀ ਮੰਗਦਾ ਮੈਂ ਦੁਆ। ਕੰਨ ਧਰ ਆਪਣਾ ਉਸ ਤੇ ਯਾ ਰੱਬ, ਦਿਲ ਥੀ ਮੰਗਦਾ ਮੈਂ ਦੁਆ। ਤੂੰ ਏ ਮੇਰੀ ਕਰ ਅਦਾਲਤ, ਆਪੇ ਵੇਖ ਸੱਚਾਈ ਨੂੰ। ਜਾਂਚਿਆ ਤਾਇਆ ਤੂੰ ਏ ਮੈਨੂੰ, ਰਾਤੀ ਖਬਰ ਲੈਂਦਾ ਤੂੰ। ਰੱਖ ਧਿਆਨ ਫਰਿਆਦ ਤੇ ਮੇਰੀ, ਸੱਚ ਨੂੰ ਸੁਣ ਤੂੰ ਐ ਖੁਦਾ। ਕੰਨ ਧਰ ਆਪਣਾ ਉਸ ਤੇ ਯਾ ਰੱਬ, ਦਿਲ ਥੀ ਮੰਗਦਾ ਮੈਂ ਦੁਆ। ਕੰਨ ਧਰ ਆਪਣਾ ਉਸ ਤੇ ਯਾ ਰੱਬ, ਦਿਲ ਥੀ ਮੰਗਦਾ ਮੈਂ ਦੁਆ। ਆਮੀਨ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ। ਹੁਣ ਮੈਂ ਰਿਕੁਐਸਟ ਕਰਾਂਗੀ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਅਸੀਂ ਫਿਰ ਤੁਹਾਡੇ ਸਾਹਮਣੇ ਜ਼ਬੂਰ 17 ਲੈ ਕੇ ਆਏ ਹਾਂ ਔਰ ਖੁਦਾਵੰਦ ਦਾ ਸ਼ੁਕਰ ਹੈ ਕਿ ਖੁਦਾਵੰਦ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪਾਸਟਰ ਜੀ ਦੇ ਨਾਲ ਮਿਲ ਕੇ ਔਰ ਬ੍ਰਦਰ ਜੀ ਦੇ ਨਾਲ ਮਿਲ ਕੇ ਅਸੀਂ ਇਸ ਜ਼ਬੂਰ ਨੂੰ ਸ਼ੇਅਰ ਕਰ ਸਕੀਏ। ਅੱਜ ਅਸੀਂ ਪੜਾਂਗੇ ਜ਼ਬੂਰ 17। ਇੱਕ ਨਿਰਦੋਸ਼ ਦੀ ਪ੍ਰਾਰਥਨਾ, ਦਾਊਦ ਦੀ ਬੇਨਤੀ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। हे ਮੇਰੇ ਪ੍ਰਭੂ, ਤੂੰ ਮੇਰੇ ਵੱਲ ਧਿਆਨ ਦੇ, ਤੂੰ ਮੇਰੀ ਪੁਕਾਰ ਸੁਣ। ਤੂੰ ਮੇਰੇ ਨਿਸ਼ਕਪ ਬੁੱਲਾਂ ਤੋਂ ਨਿਕਲੀ ਮੇਰੀ ਪ੍ਰਾਰਥਨਾ ਉੱਤੇ ਕੰਨ ਲਾ। ਆਇਤ ਨੰਬਰ 2। ਮੇਰਾ ਫੈਸਲਾ ਤੇਰੀ ਦਰਗਾਹੋਂ ਨਿਕਲੇ, ਤੇਰੀਆਂ ਅੱਖੀਆਂ ਸਿੱਧੀ ਨੂੰ ਵੇਖਣ। ਆਇਤ ਨੰਬਰ 3। ਜੇਕਰ ਤੂੰ ਮੇਰੇ ਦਿਲ ਦੀ ਜਾਂਚ ਕਰਦਾ, ਜੇਕਰ ਤੂੰ ਰਾਤ ਦੇ ਵੇਲੇ ਮੇਰੇ ਕੋਲ ਆਉਂਦਾ, ਜੇਕਰ ਤੂੰ ਮੇਰੀ ਪ੍ਰੀਖਿਆ ਕਰਦਾ, ਤਾਂ ਮੇਰੇ ਵਿੱਚ ਤੈਨੂੰ ਕੋਈ ਖੋਟ ਨਾ ਮਿਲਦਾ ਅਤੇ ਮੇਰੇ ਮੂੰਹ ਤੋਂ ਕੋਈ ਉਲੰਘਣਾ ਨਾ ਹੁੰਦੀ। ਆਇਤ ਨੰਬਰ 4। ਇਨਸਾਨ ਦੇ ਕਰਮਾਂ ਦੇ ਵਿਖੇ ਤੇਰੇ ਮੁੱਖ ਵਾਕਾਂ ਦੇ ਰਾਹੀਂ ਮੈਂ ਆਪਣੇ ਆਪ ਨੂੰ ਜ਼ਾਲਮਾਂ ਦੇ ਮਾਰ ਰੱਖਿਆ। ਆਇਤ ਨੰਬਰ 5। ਮੈਂ ਹਮੇਸ਼ਾ ਤੇਰੀ ਹੀ ਰਾਹਾਂ ਤੇ ਚੱਲਿਆ ਹਾਂ, ਮੇਰੇ ਪੈਰ ਕਦੇ ਵੀ ਨਹੀਂ ਤਿਲਕੇ। ਆਇਤ ਨੰਬਰ 6। ਮੈਂ ਤੈਨੂੰ ਪੁਕਾਰਿਆ ਹੈ, हे ਪਰਮੇਸ਼ਵਰ, ਤੂੰ ਤਾਂ ਮੈਨੂੰ ਉੱਤਰ ਦੇਵੇਂਗਾ। ਮੇਰੇ ਵੱਲ ਆਪਣਾ ਕੰਨ ਮੇਰੀ ਸੁਣ। ਆਇਤ ਨੰਬਰ 7। ਤੂੰ ਅਦਭੁਤ ਢੰਗ ਨਾਲ ਆਪਣੀ ਦਇਆ ਪ੍ਰਗਟ ਕਰ,
ਤੂੰ ਆਪਣੀ ਸ਼ਰਨ ਲੈਣ ਵਾਲਿਆਂ ਦਾ ਰੱਖਿਅਕ ਹੈ, ਤੂੰ ਆਪਣੇ ਸੱਜੇ ਹੱਥ ਨਾਲ ਉਹਨਾਂ ਦੀ ਰੱਖਿਆ ਕਰ। ਆਇਤ ਨੰਬਰ 8, ਅੱਖ ਦੀ ਕਾਕੀ ਦੀ ਨਿਆਈ ਮੇਰੀ ਰੱਖਿਆ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ। ਆਇਤ ਨੰਬਰ 9, ਤੂੰ ਦੁਸ਼ਟਾਂ ਦੀ ਲੁੱਟ ਤੋਂ ਮੈਨੂੰ ਬਚਾ, ਖਤਰਨਾਕ ਬੈਰੀਆਂ ਨੇ ਮੈਨੂੰ ਸਭ ਪਾਸਿਓਂ ਘੇਰ ਰੱਖਿਆ ਹੈ। ਆਇਤ ਨੰਬਰ 10, ਆਇਤ ਨੰਬਰ 10, ਉਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, ਉਹ ਆਪਣੇ ਮੂੰਹੋਂ ਕਮਾਂਡ ਨਾਲ ਬੋਲਦੇ ਹਨ। ਆਇਤ ਨੰਬਰ 11, ਉਹ ਮੇਰਾ ਪਿੱਛਾ ਕਰਦੇ ਹਨ, ਉਹਨਾਂ ਮੈਨੂੰ ਘੇਰ ਰੱਖਿਆ ਹੈ, ਉਹ ਹਰ ਸਮੇਂ ਮੈਨੂੰ ਧਰਤੀ ਤੇ ਡਿੱਗਣ ਦੀ ਤਾਕ ਵਿੱਚ ਲੱਗੇ ਰਹਿੰਦੇ ਹਨ। ਆਇਤ ਨੰਬਰ 12, ਉਹ ਬੱਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, ਔਰ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬਹਿੰਦਾ ਹੈ। ਆਇਤ ਨੰਬਰ 13, हे ਪ੍ਰਭੂ ਤੂੰ ਉੱਠ, ਤੂੰ ਉਹਨਾਂ ਨਾਲ ਟੱਕਰ ਲੈ ਅਤੇ ਉਹਨਾਂ ਨੂੰ ਹਾਰ ਦੇ, ਤੂੰ ਆਪਣੀ ਤਲਵਾਰ ਨਾਲ ਦੁਸ਼ਟਾਂ ਨੂੰ ਮੇਰੀ ਜਾਨ ਤੋਂ ਬਚਾ। ਆਇਤ ਨੰਬਰ 14, ਫਾਨੀਆਂ ਤੋਂ ਆਪਣੇ ਹੱਥ ਨਾਲ हे ਯਹੋਵਾ, ਸੰਸਾਰੀ ਫਾਨੀਆਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜਿਉਂ ਵਿੱਚ ਹੈ ਅਤੇ ਜਿਨ੍ਹਾਂ ਦਾ ਢਿੱਡ ਤੂੰ ਆਪਣੇ ਭੰਡਾਰੇ ਤੋਂ ਭਰ ਦਿੰਦਾ ਹੈ, ਉਹ ਬੱਚਿਆਂ ਨਾਲ ਤ੍ਰਿਪਤ ਹੋ ਜਾਂਦੇ ਅਤੇ ਆਪਣੇ ਰਹਿੰਦੇ ਮਾਲ ਨੂੰ ਆਪਣੇ ਬੱਚਿਆਂ ਆਪਣਿਆਂ ਬਾਲ ਬੱਚਿਆਂ ਲਈ ਛੱਡ ਜਾਂਦੇ ਹਨ। ਆਇਤ ਨੰਬਰ 15, ਪਰ ਮੈਂ ਆਪਣੇ ਨਿਰਦੋਸ਼ ਹੋਣ ਦੇ ਕਾਰਨ ਤੇਰੇ ਦਰਸ਼ਨ ਕਰਾਂਗਾ, ਮੈਂ ਆਪਣੇ ਜਾਗਣ ਦੇ ਤੇਰੇ ਦਰਸ਼ਨ ਕਰਕੇ ਤ੍ਰਿਪਤ ਹੋ ਜਾਵਾਂਗਾ। ਪ੍ਰਭੂ ਦਾ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। ਆਮੀਨ। Amen. Thank you. ਇਸ ਰੀਡਿੰਗ ਲਈ ਆਓ ਹੁਣ ਅਸੀਂ ਪਾਸਟਰ ਐਰਿਕ ਸਰਵੇ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਹੁਣ ਜਾਵਾਂਗੇ। ਪਾਸਟਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਜੀ ਮਸੀਹ ਯਿਸੂ ਦੇ ਕਾਦਰ ਨਾਲ ਸਾਰੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਸਲਾਮਤੀ ਪਹੁੰਚੇ, ਔਰ ਜਿਹੜੇ ਲੋਕੀ ਸਾਨੂੰ ਵੇਖ ਰਹੇ ਨੇ, ਜਿਹੜੇ ਰਿਕਾਰਡਿੰਗ ਸੁਣਨਗੇ, ਉਹਨਾਂ ਤੇ ਵੀ ਖੁਦਾਵੰਦ ਯਿਸੂ ਦੀ ਸਲਾਮਤੀ ਤੁਹਾਡੇ ਨਾਲ ਹੋਏ। ਸਿਸਟਰ ਜਯੋਤੀ, ਭਾਈ ਚੌਹਾਨ, ਅੰਕਲ ਜੋਸ਼ੂਆ ਔਰ ਐਂਜਲ ਦਾ ਬਹੁਤ-ਬਹੁਤ ਸ਼ੁਕਰੀਆ। ਸਾਡੀ ਜ਼ਬੂਰ ਜ਼ੋਨ ਦੀ ਟੀਮ ਜ਼ਬੂਰ ਨੰਬਰ 17 ਤੇ ਪਹੁੰਚ ਚੁੱਕੀ ਹੈ ਜੀ, ਔਰ ਅਸੀਂ ਜਿਹੜੀ ਜ਼ਬੂਰ ਦੀ ਕਿਤਾਬ ਦੇ ਜਿਹੜੇ 5 ਹਿੱਸੇ ਨੇ, 5 ਹਿੱਸਿਆਂ ਚੋਂ ਅਸੀਂ ਪਹਿਲਾ ਹਿੱਸਾ ਕਵਰ ਕਰਨ ਰਹੇ ਹਾਂ, ਜਿਹੜਾ ਕਿ ਪ੍ਰਾਇਮਰੀਲੀ ਮੋਸਟਲੀ ਇਨਫਲੂਐਂਸ ਹੈ ਦਾਊਦ ਦੇ ਜ਼ਬੂਰਾਂ ਦੇ ਨਾਲ। ਅਸੀਂ ਹੁਣ ਤੱਕ ਜ਼ਬੂਰ 16 ਕਵਰ ਕਰ ਚੁੱਕੇ ਹਾਂ, ਔਰ ਜ਼ਬੂਰ ਨੰਬਰ 17 ਅੱਜ ਅਸੀਂ ਪੜ੍ਹ ਰਹੇ ਹਾਂ। ਔਰ ਜ਼ਬੂਰ ਨੰਬਰ 17 ਇਸ ਲਈ ਬੜਾ ਇੰਪੋਰਟੈਂਟ ਜ਼ਬੂਰ ਹੈ ਕਿ ਇਹ ਬੜਾ ਕਾਮਨ ਜਿਹਾ ਥੀਮ ਹੈ। ਹਾਲਾਂਕਿ ਅਮੂਮਨ ਤੁਹਾਨੂੰ ਬੜਾ ਘੱਟ ਨਜ਼ਰ ਆਏਗਾ ਜ਼ਬੂਰਾਂ ਦੇ ਸਰਨਾਮਿਆਂ ਉੱਤੇ, ਜਿੱਥੇ ਸਿਰਫ ਲਿਖਿਆ ਹੋਏਗਾ ਕਿ ਰਾਈਟਰ ਦੀ ਦੁਆ, ਜਿਵੇਂ ਅਸੀਂ ਪੜ੍ਹ ਰਹੇ ਹਾਂ ਤੇ ਸਿਰਫ ਦਾਊਦ ਦੀ ਦੁਆ। ਲੇਕਿਨ ਜਦੋਂ ਸਿਸਟਰ ਜਯੋਤੀ ਨੇ ਜਦੋਂ ਇਹਦਾ ਪੰਜਾਬੀ ਚ ਟਾਈਟਲ ਪੜ੍ਹਿਆ ਨਾ, ਦੈਟ ਇਜ਼ ਰੀਅਲੀ ਇੰਟ੍ਰੀਗਿੰਗ। ਔਰ ਉਹ ਕੀ ਸੀ? ਨਿਰਦੋਸ਼ ਦੀ ਪ੍ਰਾਰਥਨਾ ਤੇ ਦਾਊਦ ਦੀ ਬਿਨਤੀ। ਇੰਟਰਸਟਿੰਗਲੀ, ਠੀਕ ਹੈ ਜੀ। ਔਰ ਸਾਡੇ ਕੋਲ ਉਰਦੂ ਚ ਇੱਥੇ ਸਿਰਫ ਹੈ ਦਾਊਦ ਕੀ ਦੁਆ। ਅੰਕਲ ਜੋਸ਼ੂਆ ਤੁਹਾਡੇ ਕੋਲ ਕੀ ਹੈ? ਸੇਮ ਟਾਈਟਲ ਹੈ? ਮੇਰੇ ਕੋਲ ਲਿਖਿਆ ਜੀ ਰਾਖੀ ਲਈ ਬੇਨਤੀ, ਦਾਊਦ ਦੀ ਪ੍ਰਾਰਥਨਾ। ਓਕੇ, ਰਾਖੀ ਲਈ ਬਿਨਤੀ, ਦਾਊਦ ਦੀ ਪ੍ਰਾਰਥਨਾ, ਠੀਕ ਹੈ ਜੀ। ਓਕੇ, ਸੋ ਸਿਸਟਰ ਜਯੋਤੀ ਵਾਲਾ ਵਰਜਨ ਸਾਨੂੰ ਬਿਨਤੀ ਤੇ ਦੱਸਣ ਡਿਆ ਵੇ, ਲੇਕਿਨ ਬਿਨਤੀ ਕਾਹਦੇ ਲਈ ਹੈ ਐ ਨਹੀਂ ਦੱਸਿਆ, ਠੀਕ ਹੈ। ਅੰਕਲ ਜੋਸ਼ੂਆ ਵਾਲਾ ਵਰਜਨ ਜਿਹੜਾ ਵੇ ਉਹ ਸਾਨੂੰ ਦੱਸਣ ਡਿਆ ਵੇ ਕਿ ਦਾਊਦ ਦੀ ਬਿਨਤੀ ਜਿਹੜੀ ਹੈ ਦੈਟ ਇਜ਼ ਫॉर ਪ੍ਰੋਟੈਕਸ਼ਨ, ਮੁਹਾਫਜ਼ਤ ਲਈ, ਹਿਫਾਜ਼ਤ ਲਈ, ਔਰ ਖੁਦਾ ਦੀ ਪ੍ਰੋਟੈਕਟਿਵ ਹੈਡ ਜਿਹੜੀ ਹੈ ਉਹਦੇ ਲਈ ਦੁਆ ਕੀਤੀ ਗਈ ਹੈ। ਸੋ ਦੁਆ ਦੇ ਬਾਰੇ ਸਾਨੂੰ ਜਿਹੜੇ ਹੋਰ ਇੱਕ ਦੋ ਜ਼ਬੂਰ ਨੇ ਉਹ ਨਜ਼ਰ ਆਉਂਦੇ ਨੇ ਜਿਹਨਾਂ ਦਾ ਸੇਮ ਟਾਈਟਲ ਹੈ। ਮਸਲਨ ਜ਼ਬੂਰ 86, ਠੀਕ ਹੈ। ਜ਼ਰਾ ਵੇਖੀਏ ਜ਼ਬੂਰ 86 ਤੇ ਕੀ ਹੈ, 86 ਦਾ ਸਰਨਾਮਾ ਕੀ ਹੈ ਜ਼ਬੂਰ 86 ਦੀ। ਓਕੇ, ਜ਼ਬੂਰ 86 ਹੈ ਜੀ, दाऊद की दुआ। ओके, अगेन ओनली प्लेन दाऊद की दुआ, नथिंग एल्स, सिंपल प्रेयर। ਉਹਦੇ ਬਾਅਦ ਅਗਰ ਜ਼ਬੂਰ 90 ਅਸੀਂ ਵੇਖਨੇ ਆ ਤੇ ਜ਼ਬੂਰ 90 ਵਿੱਚ ਜੀ ਮਰਦ ਖੁਦਾ ਮੂਸਾ ਕੀ ਦੁਆ, ਠੀਕ ਹੈ ਜੀ। ਸੋ ਮੂਸਾ ਦੀ ਦੁਆ ਸਾਡੇ ਕੋਲ ਅਸੀਂ ਵੇਖਨੇ ਆ ਕਿ ਉਹਦੀ ਦੁਆ ਵੀ ਮੌਜੂਦ ਹੈ। ਉਹਦੇ ਬਾਅਦ ਅਸੀਂ ਜ਼ਬੂਰ ਨੰਬਰ ਜਦੋਂ 102 ਤੇ ਜਾਂਦੇ ਆ ਤੇ 102 ਕਹਿੰਦਾ ਹੈ ਜੀ मुसीबत ज़दा की दुआ जब वो अफसुर्दा दिल होकर खुदावंद के हजूर अपना रोना रोता है। सो इत्थे ऑथर दा ना कोई नहीं, सिर्फ मुसीबत ज़दा। मैं भी हो सकता, तुम हो सकता, सारे असीं मुसीबत ज़दा हैं, सानू कोई ना कोई मुसीबत ही पई रहिंदी है, ठीक है ना। वो बाइबल वो की लिखदा वे, ज़बूर नवीस लिखदा वे कि मेरे ख्याल च
ਜ਼ਬੂਰ ਵਿੱਚ ਲਿਖਿਆ ਹੈ? ਨਹੀਂ, ਅਯੂਬ ਦੀ ਕਿਤਾਬ ਵਿੱਚ ਅਯੂਬ ਕਹਿੰਦਾ ਵੇ ਕਿ ਇਨਸਾਨ ਜੋ ਔਰਤ ਸੇ ਪੈਦਾ ਹੁਆ ਹੈ, ਇੱਕ ਤੇ ਥੋੜੇ ਦਿਨਾਂ ਦਾ ਵੇ ਔਰ ਦੂਜਾ ਗਮ ਸੇ ਭਰਾ ਹੁਆ ਹੈ। ਠੀਕ ਹੈ ਨਾ। ਉਹ ਇੱਕ ਪੰਜਾਬ ਪਾਕਿਸਤਾਨ ਇੱਕ ਡਰਾਮਾ ਹੁੰਦਾ ਸੀ ਕਦੀ, ਉਹਦੇ ਚ ਨਾ ਇੱਕ ਮੁਹਾਵਰਾ ਬੋਲਦਾ ਸੀ, ਇੱਕ ਰਾਈਮਿੰਗ ਫਰੇਜ਼ ਬੋਲਦਾ ਸੀ, ਆਂਦੇ ਜ਼ਿੰਦਗੀ ਕਿਆ ਹੈ, ਗਮ ਕਾ ਦਰਿਆ ਹੈ। ਠੀਕ ਹੈ ਨਾ। ਤੇ ਅਸੀਂ ਜ਼ਮੀਨ ਦੇ ਉੱਤੇ ਜਦੋਂ ਦੇ ਆਉਂਦੇ ਹਾਂ, ਅਸੀਂ ਪੈਦਾ ਹੋਣ ਤੋਂ ਲੈ ਕੇ ਮਰਨ ਤੱਕ ਵੀ ਐਨਕਾਊਂਟਰ lots of tribulations, lots of persecution, lots of inflictions। ਮਤਲਬ ਜ਼ਿੰਦਗੀ ਜਿਹੜੀ ਹੈ ਨਾ ਉਹ ਇੱਕ ਚੈਲੰਜ ਹੈ। ਠੀਕ ਹੈ ਨਾ। ਓਕੇ, ਜ਼ਬੂਰ ਨੰਬਰ 102 ਹੋ ਗਿਆ ਜੀ। ਓਕੇ, ਉਹਦੇ ਬਾਅਦ ਜੀ ਜ਼ਬੂਰ ਨੰਬਰ 142 142। ਸੋ 142 ਜਦੋਂ ਅਸੀਂ ਵੇਖਦੇ ਆ ਉਹਦੇ ਤੇ ਵੀ ਸਾਨੂੰ ਸੇਮ ਟਾਈਟਲ ਜਿਹੜਾ ਵੇ ਉਹ ਨਜ਼ਰ ਆਉਂਦਾ ਵੇ। 142 दाऊद का मशकील जब वो गार में था, अगे सादा लिखा वे दुआ, प्रार्थना या बिनती। ओके जी, तो ਅਸੀਂ ਵੇਖਦੇ ਆ ਕਿ ਦ ਸੇਮ ਟਾਈਟਲ ਸਿੰਪਲ ਪ੍ਰੇ ਜਿਹੜੀ ਹੈ ਉਹ ਇਸ ਜ਼ਬੂਰ ਦਾ ਟਾਈਟਲ ਹੈ, ਜਿਹੜਾ ਕਿ ਬਾਕੀ 5 ਜ਼ਬੂਰਾਂ ਦੇ ਉੱਤੇ ਸੇਮ ਚੀਜ਼ ਆਈ ਹੈ। ਲੇਕਿਨ ਜਿਵੇਂ ਅੰਕਲ ਜੋਸ਼ੂਆ ਸਾਨੂੰ ਦੱਸਿਆ ਵੇ, ਇਹਦੇ ਵਿੱਚ ਜਿਹੜਾ ਦਾਊਦ ਦਾ ਮੇਨ ਸਬਜੈਕਟ ਨਾ ਜਿਹੜਾ ਮੈਂ ਜਦੋਂ ਜ਼ਬੂਰ ਨੂੰ ਪੜ੍ਹਨ ਡਿਆ ਨਾ ਤਾਂ ਮੈਂ ਸੋਚ ਰਿਹਾ ਕਿ ਦਾਊਦ ਇਹਦੇ ਵਿੱਚ ਕਹਿਣਾ ਕੀ ਚਾਹ ਰਿਹਾ। ਸੋ ਦਾਊਦ ਐਕਚੁਅਲੀ ਇੱਥੇ 2 ਤਰ੍ਹਾਂ ਦੀ ਦੁਆ ਕਰਦਾ ਹੈ। ਉਹਦੇ ਦੁਆ ਦੇ 2 ਹਿੱਸੇ ਨੇ। ਨੰਬਰ 1, ਇੱਕ ਉਹ ਕਹਿੰਦਾ ਮੇਰੀ ਹਿਫਾਜ਼ਤ ਕਰ, ਮੈਨੂੰ ਬਚਾ। ਠੀਕ ਹੈ, ਦ ਪਲੀ ਐਂਡ ਦ ਪ੍ਰੇ ਫॉर ਦ ਪ੍ਰੋਟੈਕਸ਼ਨ। ਨਾਓ ਲੇਕਿਨ ਸਿਰਫ ਬਚਾ ਨਹੀਂ, ਬਲਕਿ ਅੱਗੇ ਉਹ ਕਹਿਣ ਡਿਆ ਵੇ ਕਿ ਖੁਦਾਵੰਦ ਜਿਹੜਾ ਮੇਰਾ ਮੁਕੱਦਮਾ ਵੇ, ਔਰ ਮੇਰਾ ਮੁਕੱਦਮਾ ਕਹਿਣ ਡਿਆ ਕਿ ਇਟਸ ਅ ਜਸਟੀਫਾਈਡ ਕੇਸ, ਇਟਸ ਅ ਜਸਟ ਕੇਸ। ਉਹ ਕਹਿੰਦਾ ਕਿ ਮੈਂ ਰਾਈਚਸ ਹਾਂ ਤੇ ਮੇਰੇ ਜਿਹੜਾ ਮੈਂ ਕੰਮ ਕਰਨ ਡਿਆ ਵਾ ਨਾ, ਜਿਹਦੀ ਵਜ੍ਹਾ ਤੋਂ ਮੈਨੂੰ ਦੁਸ਼ਮਣਾਂ ਨੇ ਘੇਰ ਲਿਆ ਵੇ, ਜਿਹਦੀ ਵਜ੍ਹਾ ਨਾਲ ਮੇਰੇ ਖਿਲਾਫ ਜਿਹੜੇ ਨਾ ਲੋਕੀ ਉੱਠ ਪਏ ਨੇ, ਉਹ ਕਹਿੰਦਾ ਕਿ ਖੁਦਾਵੰਦ ਮੈਨੂੰ ਉਹਦੇ ਤੋਂ ਕੀ ਕਰ, ਮੈਨੂੰ ਉਹਦੇ ਤੋਂ ਰਿਹਾਈ ਦੇ, ਮੇਰੇ ਉਸ ਮੁਕੱਦਮੇ ਨੂੰ ਤੂੰ ਆਪ ਹੀ ਲੈ, ਔਰ ਜਦੋਂ ਤੇਰੀ ਅਦਾਲਤ ਵਿੱਚ ਪਹੁੰਚੇਗਾ ਨਾ ਫਿਰ ਤੂੰ ਮੈਨੂੰ ਸੱਚਾ ਸਾਬਤ ਕਰੇਗਾ। ਠੀਕ ਹੈ ਜੀ। ਅੱਛਾ, ਸੱਚਾ ਸਾਬਤ ਕਰਨ ਲਈ ਵੇਖੋ, ਅਸੀਂ ਆਪਣੇ ਆਪ ਨੂੰ, ਸਾਡੇ ਨਾਲ ਕੋਈ ਵੀ ਹਾਦਸਾ ਹੋ ਜਾਏ ਨਾ, ਅਗਰ ਜਿੱਥੇ ਵੀ ਕੌਨਫਲਿਕਟ ਹੋਏਗਾ ਨਾ 2 ਜਾਂ 3 ਬੰਦਿਆਂ 'ਚ, ਠੀਕ ਹੈ ਨਾ, ਉੱਥੇ 2 ਚੀਜ਼ਾਂ ਹੁੰਦੀਆਂ ਨੇ। ਇਟਸ ਅ ਵੈਰੀ ਫੇਮਸ ਕਲੀਸ਼ੇ ਜਿਹਨੂੰ ਕਿਹਾ ਜਾਂਦਾ ਵੇ। ਉਹ ਕਹਿੰਦਾ ਜੀ ਨੰਬਰ 1 ਹੁੰਦਾ ਵੇ ਇੱਕ ਬੰਦਾ ਠੀਕ ਹੈ, ਦੂਜਾ ਕਹਿੰਦਾ ਜੀ ਦੂਜਾ ਬੰਦਾ ਠੀਕ ਹੈ। ਠੀਕ ਹੈ, ਇੱਕ ਗਲਤ ਤੇ ਇੱਕ ਦਰੁਸਤ ਆਂਦਾ, ਲੇਕਿਨ ਤੀਸਰਾ ਡਾਇਮੈਂਸ਼ਨ ਹੈ ਟਰੁਥ, ਸੱਚਾਈ ਕੌਣ ਦੱਸਣ ਡਿਆ, ਨੋਬਡੀ ਨੋਸ। ਓਕੇ, ਹਰ ਦੋਵਾਂ ਜਿੱਥੇ ਕੌਨਫਲਿਕਟ ਹੋਏਗਾ, ਇੱਕ ਬੰਦਾ ਕਹੇਗਾ ਜੀ ਮੈਂ ਕੀ ਆ, ਮੈਂ ਸੱਚਾ ਵਾਂ, ਦੂਜਾ ਕਹੇਗਾ ਜੀ ਕੀ ਕਿ ਮੈਂ ਸੱਚਾ ਵਾਂ, ਝੂਠਾ। ਸੋ ਸਾਡੇ ਕੋਲ 2 ਆਪਸ਼ਨ ਆ ਗਏ ਨਾ, ਨੰਬਰ 1 ਇੱਕ ਸੱਚਾ, ਇੱਕ ਝੂਠਾ। ਲੇਕਿਨ ਇਹਨਾਂ ਦੋਵਾਂ ਦੇ ਦਰਮਿਆਨ ਇੱਕ ਚੀਜ਼ ਹੋ ਰਹੀ, ਉਹ ਵੇ ਕਿ ਜਨਾਬ what is actually true story। ਠੀਕ ਹੈ ਨਾ। So true story only those people know and the God knows। So that's here। ਲੇਕਿਨ ਦਾਊਦ ਜਦੋਂ ਇੱਥੇ ਕਹਿੰਦਾ ਨਾ ਖੁਦਾ ਨੂੰ ਕਿ ਖੁਦਾਵੰਦ ਮੇਰੀ ਸੱਚਾਈ ਔਰ ਮੇਰੀ ਜਿਹੜੀ ਹੈ ਨਾ ਜਿਹੜੀ ਮੇਰੇ ਹੱਕ ਹੈ। ਅੱਛਾ, ਲਫ਼ਜ਼ ਕੀ ਯੂਜ਼ ਕਰਦਾ, ਉਰਦੂ ਤਰਜਮੇ 'ਚ ਕੀ ਆਇਆ? ਪਹਿਲੀ ਆਇਤ ਕਹਿੰਦਾ ਐ ਖੁਦਾਵੰਦ ਜਿੱਥੇ ਲਫ਼ਜ਼ ਆਏਗਾ we all know ਖੁਦਾਵੰਦ ਦਾ ਮਤਲਬ ਕੀ ਹੈ। ਐਕਚੁਅਲੀ ਇਟਸ ਅ ਟ੍ਰਾਂਸਲੇਸ਼ਨ ਆਫ ਯਹਵੇ, ਯਹੋਵਾ। ਠੀਕ ਹੈ, तो जिथे लफ्ज खुदावंद आएगा इट मींस यहोवा। ऐ खुदावंद हक को सुन, मेरी फरियाद पर तवज्जो कर। ओके, सो एक्चुअली की कह रहा है कि मैं जो फरियाद करने की है वो सच्ची है, वो हक ते वे, इट्स अ जस्ट एप्लीकेशन। ਤੁਹਾਡੇ ਕੋਲ ਤਰਜਮੇ ਚ ਕੀ ਹੈ ਜੀ? ਪਹਿਲੀ ਆਇਤ ਕੀ ਕਹਿਣ ਰਹੀ ਹੈ? अंकल जोशुआ। अच्छा जी, हे यहोवा सच्चाई ਨੂੰ ਸੁਣ, ਮੇਰੀ ਪੁਕਾਰ ਉਤੇ ਧਿਆਨ ਦੇ। ਥੈਂਕ ਯੂ ਜੀ। ਸੱਚਾਈ ਨੂੰ ਸੁਣ, ਪ੍ਰਾਰਥਨਾ ਉਤੇ ਕੰਨ ਲਾ ਜਿਹੜੀ ਨਿਸ਼ਕਪਟ ਬੁੱਲਾਂ ਤੋਂ ਹੈ। ਥੈਂਕ ਯੂ ਜੀ। ਤਾਂ ਜੀ ਤੁਹਾਡੇ ਕੋਲ ਕੀ ਹੈ? ਸੱਚਾਈ ਨੂੰ ਸੁਣ, ਤੁਹਾਡੇ ਕੋਲ ਕੀ ਹੈ? हे मेरे प्रभु, तू मेरे बल ध्यान दे, तू मेरी पुकार सुन, तू मेरे निष्कपट बुल्ला तो निकली, मेरी प्रार्थना उत्ते कंन ला। ओके, सो ਤੁਹਾਡੇ ਕੋਲ ਸੱਚਾਈ ਦਾ ਉਹਨੇ ਗੱਲ ਨਹੀਂ ਕੀਤੀ, ਸਿਰਫ ਸਿੱਧੀ ਆਇਤ ਬੋਲੀ। ਓਕੇ, ਸੋ ਬਾਕੀ ਸਾਰੇ ਤਰਜਮਿਆਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਹੱਕ ਕੋ ਸੁਣ ਉਰਦੂ ਤਰਜਮੇ ਚ ਕੀ ਹੈ? ਹੱਕ ਜਾਂ ਸੱਚਾਈ ਕੀ ਹੈ? ਅੰਕਲ ਜੋਸ਼ੂਆ ਨੇ ਲਫ਼ਜ਼ ਸੱਚਾਈ ਬਿਆਨ ਕੀਤਾ ਰਹੇ, ਮੇਰੀ ਫਰਿਆਦ ਪਰ ਤਵੱਜੋ ਕਰ। ਓਕੇ, ਨਾ ਤਵੱਜੋ ਕਰਨ ਦਾ ਮਤਲਬ ਅਸੀਂ ਬਾਰ-ਬਾਰ ਵੇਖਦੇ ਹਾਂ ਕਿ ਤਵੱਜੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਧਿਆਨ ਨਾਲ ਸੁਣ ਲੈ। ਤਵੱਜੋ ਦਾ ਮਤਲਬ ਹਮੇਸ਼ਾ ਜਿੱਥੇ ਧਿਆਨ ਨਾਲ ਕੀ ਜਾਂਦਾ ਹੈ ਕਿ ਡੂ ਸਮ ਐਕਸ਼ਨ, ਐਕਟ ਅਪਨ ਇਟ। ਸਿਰਫ ਸੁਣ ਕੇ ਅਣਸੁਣੀ ਨਾ ਕਰ ਦਈਏ। ਇੱਕ ਹੁੰਦਾ ਵੇ ਵਰਡ ਹੀਅਰਿੰਗ, ਅਸੀਂ ਬਹੁਤ ਸਾਰੀਆਂ ਆਵਾਜ਼ਾਂ ਸੁਣਨੇ ਆ, ਵੀ ਲਿਸਨ ਵੇਰੀਅਸ ਸਾਊਂਡ ਅਰਾਊਂਡ, ਲੇਕਿਨ ਅਸੀਂ ਧਿਆਨ ਨਹੀਂ ਦਿੰਦੇ।
ਗੱਡੀਆਂ ਦਾ ਹਾਰਨ ਵੱਜਣ ਡੇ, ਕਿਤੇ ਗਾਣੇ ਵੱਜਣ ਡਏ ਨੇ, ਕਿਤੇ ਮੋਬਾਈਲ ਦੀ ਟੋਨ ਵੱਜਣ ਡਈ ਹੈ, ਕਿਤੇ ਲੋਕੀ ਬੋਲਣ ਡਏ ਨੇ, ਕਿਤੇ ਹਵਾ ਚੱਲਣ ਡਈ ਹੈ, ਠੀਕ ਹੈ ਨਾ, ਕਿਤੇ ਪਰਿੰਦੇ ਚਹਿਚਹਾਣ ਡਏ ਨੇ, ਕਿਤੇ ਪਾਣੀ ਡਿੱਗਣ ਦੀ ਮਤਲਬ ਵੀ ਹੀਅਰ ਲੋਟਸ ਆਫ ਸਾਊਂਡ, ਲੇਕਿਨ ਅਸੀਂ ਧਿਆਨ ਨਹੀਂ ਦਿੰਦੇ, ਠੀਕ ਹੈ, ਵੀ ਡੋਂਟ ਪੇ ਅਟੈਂਸ਼ਨ। ਲੇਕਿਨ ਜਿੱਥੇ ਆ ਕਿਹਾ ਗਿਆ ਨਾ ਖੁਦਾਵੰਦ ਨੂੰ ਖੁਦਾਵੰਦ ਤਵੱਜੋ ਕਰ, ਖੁਦਾਵੰਦ ਧਿਆਨ ਦੇ, ਉੱਥੇ ਅਸੀਂ ਵੇਖਦੇ ਹਾਂ ਕਿ ਇਹਦਾ ਮਤਲਬ ਹੈ ਕਿ ਗॉड ਡੂ ਸਮਥਿੰਗ, ਇੰਟਰਵੀਨ ਸਮਥਿੰਗ, ਕੁਛ ਤੇ ਐਕਸ਼ਨ ਲੈ, not only just listen, ਠੀਕ ਹੈ। ਇਸ ਲਈ ਅੱਗੇ ਵੇਖਾਂਗੇ ਕਿ ਅੱਗੇ ਪਹਿਲੇ 8 ਆਇਤਾਂ ਜਿਹੜੀਆਂ ਨੇ ਉਹਦੇ ਵਿੱਚ ਵੇਖੋਗੇ ਕਿ ਦਾਊਦ ਨੇ ਬੋਡੀ ਐਨਾਲੋਜੀ ਯੂਜ਼ ਕੀਤੀ ਹੈ, ਬੋਡੀ ਪਾਰਟਸ ਜਿਹੜੇ ਨਾ ਉਹਨਾਂ ਨੂੰ ਉਹਨੇ ਐਨਾਲੋਜੀ ਯੂਜ਼ ਕੀਤੀ ਖੁਦਾ ਦੇ ਐਕਸ਼ਨ ਵਾਸਤੇ। ਮਸਲਨ ਤੁਸੀਂ ਵੇਖੋਗੇ ਮੈਂ ਕਾਊਂਟਿੰਗ ਕਰਨ ਲੱਗਾ, ਹੁਣ ਕੰਨ ਲਗਾ, ਮੇਰੇ ਹੋਂਠ, ਮੇਰੇ ਬੁੱਲਾਂ ਤੋਂ ਗੱਲ ਨਿਕਲਦੀ ਹੈ, ਆਪਣਾ ਚਿਹਰਾ ਮੇਰੇ ਵੱਲ ਕਰ, ਆਪਣੀਆਂ ਅੱਖਾਂ ਧਿਆਨ ਮੇਰੇ ਵੱਲ ਕਰ, ਖੁਦਾਵੰਦ ਮੇਰਾ ਦਿਲ ਜਿਹੜਾ ਵੇ, ਮੇਰੇ ਲੱਭਾਂ, ਮੇਰੇ ਪੈਰ ਜਿਹੜੇ ਫਿਸਲੇ ਕੋਈ ਨਹੀਂ, ਖੁਦਾਵੰਦ ਕੰਨ ਲਗਾ, ਖੁਦਾਵੰਦ ਆਪਣਾ ਹੱਥ ਵਧਾ, ਖੁਦਾਵੰਦ ਆਪਣੀਆਂ ਅੱਖਾਂ ਮੇਰੇ ਵੱਲ, ਮਤਲਬ ਯੂ ਕੈਨ ਸੀ ਦੈਟ ਦ ਹੋਲ ਬੋਡੀ ਐਨਾਟਮੀ ਜਿਹੜੀ ਉਹ ਅਸੀਂ ਵੇਖਦੇ ਹਾਂ ਕਿ ਦਾਊਦ ਨੇ ਇੱਥੇ ਬੋਡੀ ਇਮੇਜ ਜਿਹੜਾ ਵੇ ਉਹਨੇ ਯੂਜ਼ ਕੀਤਾ ਵੇ, ਠੀਕ ਹੈ ਜੀ। ਸੋ ਜੋ ਕਹਿੰਦਾ ਨਾ ਕਿ ਮੇਰੀ ਦੁਆ ਜੋ ਬੇਰਿਆ ਲਬੋਂ ਸੇ ਨਿਕਲਤੀ ਹੈ, ਮਤਲਬ ਕਹਿੰਦਾ ਕਿ ਮੈਂ ਰਾਈਚਸ ਬੰਦਾ ਵਾਂ ਤੇ ਮੇਰੇ ਲਬ ਜਿਹੜੇ ਨੇ, ਮੇਰੇ ਹੋਂਠ ਜਿਹੜੇ ਨੇ, ਮਾਈ ਲਿਪਸ ਦੇ ਆਰ ਰਾਈਚਸ, ਦੇ ਆਰ ਨਾਟ ਕੰਟੈਮੀਨੇਟਡ। ਤੁਸੀਂ ਵੇਖੋਗੇ ਕਿ ਇਹ ਫਰੇਜ਼ ਯਸਾਇਆ ਨੇ ਵੀ ਇਸਤੇਮਾਲ ਕੀਤੀ ਸੀ। ਤੁਸੀਂ ਜਦੋਂ ਯਸਾਇਆ ਨਬੀ ਦਾ ਸਿਫਾ ਔਰ ਉਹਦਾ ਜਦੋਂ ਅਸੀਂ 6ਵਾਂ ਬਾਬ ਪੜ੍ਹਨਾ ਨਾ ਯਸਾਇਆ ਦੀ ਕੌਲ, ਯਸਾਇਆ ਜਦੋਂ ਖੁਦਾ ਦੀ ਹੈਕਤ ਦਾ ਵਿਜ਼ਨ ਵੇਂਦਾ ਵੇ, ਠੀਕ ਹੈ ਨਾ, ਉੱਥੇ ਅਸੀਂ ਕੀ ਵੇਖਦੇ ਆ, ਉੱਥੇ ਉਹ ਕਹਿੰਦਾ ਵੇ ਖੁਦਾਵੰਦ ਕਿ ਮੁਝ ਪਰ ਅਫਸੋਸ ਕਿ ਮੈਂ ਨਜਿਸ ਲਬ ਲੋਗੋਂ ਮੇਂ ਬਸਤਾ ਹੂੰ। ਆਂਦਾ ਕਿ ਮੇਰੇ ਆਲੇ ਦੁਆਲੇ ਲੋਕ ਕਿਹੜੇ ਨੇ, ਜਿਨ੍ਹਾਂ ਦੇ ਹੋਂਠ ਕੀ ਨੇ, ਨਾਪਾਕ ਨੇ। ਫਿਰ ਆਖਰੀ ਕਹਿੰਦਾ ਵੇ ਖੁਦਾਵੰਦ ਮੁਝ ਪਰ ਅਫਸੋਸ ਕਿ ਮੇਰੇ ਹੋਂਠ ਕਿਆ ਹੈ, ਨਾਪਾਕ ਹੈ। ਸੋ ਦਿਸ ਇਜ਼ ਇੰਟਰਸਟਿੰਗ ਵੇਖੋ ਫਰੇਜ਼, ਯਸਾਇਆ ਪਹਿਲਾਂ ਲੋਕਾਂ ਨੂੰ ਕਹਿੰਦਾ ਵੇ ਕਿ ਮੇਰੇ ਆਲੇ ਦੁਆਲੇ ਸਾਰੇ ਲੋਕ ਕੀ ਨੇ, ਨਾਪਾਕ ਹੋਂਠਾਂ ਵਾਲੇ ਨੇ, ਉਹ ਜਨਾਬ ਫਜ਼ੂਲ ਗੁਨਾਹ ਕਰਦੇ ਨੇ, ਲੋਕਾਂ ਦੇ ਖਿਲਾਫ ਬਹਿ ਕੇ ਮੰਜੀ ਮੀਟਿੰਗਾਂ ਕਰਦੇ ਨੇ, ਐਬ ਜੋ ਹੀ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਅੱਗੋਂ ਫਿਰ ਕੀ ਕਹਿੰਦਾ ਹੈ, ਮੇਰੇ ਹੋਂਠ ਨਾਪਾਕ ਹੈ, ਮਤਲਬ ਦੈਨ ਹੀ ਇਜ਼ ਕਨਫੈਸਿੰਗ ਹਿਮਸੈਲਫ, ਹੀ ਇਜ਼ ਨਾਟ ਐਕਸਕਲੂਡਿੰਗ ਹਿਮਸੈਲਫ, ਆਪਣੇ ਆਪ ਨੂੰ ਵੀ ਉਹਨਾਂ ਲੋਕਾਂ 'ਚ ਸ਼ਾਮਲ ਕਰਨਾ। ਇਸ ਲਈ ਜਦੋਂ ਫਰਿਸ਼ਤਾ ਵੇਂਦਾ ਨਾ, ਕਰੋਬੀ ਜਦੋਂ ਕਹਿੰਦਾ ਕਰੋਬੀ ਉੱਠਿਆ, ਉਹਨੇ ਅੱਗ ਦਾ ਉਹਨੇ ਜਨਾਬ ਚਿਮਟੇ ਦੇ ਨਾਲ ਉਹਨੇ ਦਹਿਕਤਾ ਹੋਇਆ ਕੋਲਾ ਫੜਿਆ, ਉਹਨੇ ਕੀ ਲਿਆ, ਉਸਨੇ ਮੇਰੇ ਲਬੋਂ ਕੋ ਛੂਆ ਔਰ ਫਿਰ ਉਹਨੇ ਖੁਦਾ ਦੀ ਆਵਾਜ਼ ਸੁਣੀ ਕਿ अब तेरी नापाकी की हो गई है, दूर हो गई है, ठीक है जी। खड़खड़ मेरी आवाज तो आउंदी है कि नहीं तो आउंदी है, खड़खड़ तो आ रही है मेरे बोलने कि नहीं आ रही, क्लियर आवाज आ रही है? ओके थोड़ी जी है, ओके ठीक है, ओके जी। ओके एक काम करो, अपने माइक बंद कर दो ताकि मैंने लगन दिया कि शायद तुम्हारे माइक तो ना आ रही है, अगर मेरे माइक तो नहीं आ रही थी, किसी के माइक तो आ रही है खड़खड़, क्योंकि मैनू आ रही है इथों। ओके एनीवे, ओके जी, कितने सां जी, हाँ, बेरिया लबों से, होंठ, यसाया नबी कहता वे कि मेरे होंठ नापाक हैं, सो ही कन्फेस हिमसेल्फ, खुदा दे होंठां नूं की करदा है, पाक करदा है। ਅਸੀਂ ਵੇਖਦੇ ਹਾਂ ਕਿ ਦਾਊਦ ਜਿਹੜਾ ਇੱਥੇ ਕਹਿ ਰਿਹਾ, ਮੇਰੀ ਦੁਆ ਜੋ ਬੇਰਿਆ ਲਬੋਂ ਸੇ ਨਿਕਲਤੀ ਹੈ, ਖੁਦਾਵੰਦ ਮੇਰੇ ਹੋਂਠ ਕਹਿੰਦਾ ਵੇ ਕਿਉਂਕਿ ਮੇਰਾ ਮੁਕੱਦਮਾ ਸੱਚ ਤੇ ਹੱਕ ਹੈ, ਇਸ ਲਈ ਮੇਰੀ ਜਿਹੜੀ ਦੁਆ ਵੇ ਉਹ ਵੀ ਜਿਹੜੀ ਏ ਉਹ ਬੇਰਿਆ, ਮਤਲਬ ਐਸੇ ਲਬ, ਐਸੇ ਹੋਂਠ ਜਿਹੜੇ ਐਬ ਜੋਈ ਨਹੀਂ ਕਰਦੇ, ਜਿਹੜੇ ਲੋਕਾਂ ਦੇ ਖਿਲਾਫ ਗੱਲਾਂ ਨਹੀਂ ਕਰਦੇ, ਜਿਹੜੇ ਲੋਕਾਂ ਤੇ ਬੁਹਤਾਨ ਨਹੀਂ ਬੰਨਦੇ, ਉਹਨਾਂ ਦੇ ਬਾਰੇ ਚ ਕਹਿੰਦੇ ਆਵੇ। ਸੋ ਮੇਰਾ ਫੈਸਲਾ ਕਹਿੰਦਾ ਖੁਦਾਵੰਦ ਤੇਰੇ ਹਜ਼ੂਰੋਂ, ਔਰ ਜਦੋਂ ਆਬਵੀਅਸਲੀ ਕਹਿੰਦੇ ਕਿ ਮੈਂ ਆਪਣਾ ਮੁਕੱਦਮਾ ਖੁਦਾਵੰਦ ਤੇਰੀ ਸੁਪਰੀਮ ਕੋਰਟ ਚ ਲੈ ਕੇ ਆਇਆ ਵਾਂ, ਸੋ ਮੈਂ ਦੁਨੀਆ ਤੇ ਉਹ ਲੋਕਾਂ ਦੇ ਬਾਰੇ ਚ ਮੈਨੂੰ ਇਹਨਾਂ ਦੇ ਇਤਬਾਰ ਹੀ ਕੋਈ ਨਹੀਂ, ਲੋਕੀ ਕੀ ਕਹਿੰਦੇ ਨੇ ਮੇਰੇ ਬਾਰੇ ਚ, ਉਹਦਾ ਖੁਦਾਵੰਦ ਮੇਰਾ ਫੈਸਲਾ ਕੀ ਕਰ, ਤੂੰ ਕਰ, ਤੂੰ ਆਪਣੀ ਇਸ ਕੋਰਟ ਤੋਂ, ਆਪਣੇ ਹੈਵਨਲੀ ਕੋਰਟ ਤੋਂ ਤੂੰ ਕੀ ਕਰ, ਤੂੰ ਹੁਕਮ ਸਾਦਰ ਫਰਮਾ। ओके जी, then he go अगे कहना जी कि तेरी आंखें, खुदा दी अखां दी गल करदा वे, अगे कहंदा तूने मेरे दिल को आजमा लिया, तूने रात को मेरी निगरानी की, तूने मुझे परखा और कुछ खोट ना पाया, मैंने ठान लिया है कि मेरा मुंह खता ना कर। तुसीं देखोगे कि मेन फोकस लब, होंठ और मेरा मुंह खता, मतलब जुबान ते ਜਿਹੜਾ ਨਾ ਉਹ ਕਾਬੂ ਦੀ ਗੱਲ ਕਰਨਾ ਕਿ ਮੇਰੀ ਜ਼ੁਬਾਨ ਕੀ ਹੈ, ਮੇਰੇ ਕਾਬੂ 'ਚ। ਤੁਸੀਂ ਵੇਖੋਗੇ ਕਿ ਸੇਮ ਕਾਈਂਡ ਆਫ ਪ੍ਰੇ ਤੁਹਾਨੂੰ ਜ਼ਬੂਰ 139 ਦੀ ਪਹਿਲੀਆਂ 4 ਆਇਤਾਂ ਨਜ਼ਰ ਆਏਗੀ। ਸੋ ਕੋਈ ਜਿਹਨਾਂ ਪੜ੍ਹੇ ਜ਼ਰਾ ਜ਼ਬੂਰ 139 4, ਉੱਥੇ ਵੇਖੋਗੇ ਤੁਹਾਨੂੰ ਜ਼ਬੂਰ 17 ਦੀਆਂ ਤੀਸਰੀ ਆਇਤ ਔਰ ਜ਼ਬੂਰ 139 ਦੀ ਪਹਿਲੀਆਂ 3 ਆਇਤਾਂ ਸੇਮ ਤੁਹਾਨੂੰ ਸਾਊਂਡ, ਸੇਮ ਕਨਸੈਪਟ ਨਜ਼ਰ ਆਏਗਾ। ਹਾਂਜੀ ਅੰਕਲ ਜੀ ਤੁਹਾਡਾ ਮਾਈਕ ਬੰਦ ਜੇ। ਇਹ ਯਹੋਵਾ ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ,
ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ, ਤੂੰ ਮੇਰੇ ਛਾਨਬੀਨ ਕਰਦਾ ਹੈ, ਤੋਂ ਵਾਕਿਫ ਹੈ, ਮੇਰੀ ਜੀਭ ਤੂੰ ਉਹਨੂੰ ਪੂਰੇ ਤੌਰ ਨਾਲ ਜਾਣਦਾ ਹੈ, ਤੈਂ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਹੈ ਤੇ ਆਪਣਾ ਹੱਥ ਮੇਰੇ ਉੱਤੇ ਧਰਿਆ ਹੈ। ओके, थैंक यू जी। तो हम देखिए जी सेम कॉन्सेप्ट, खुदावन तूने मुझे जांच लिया और मुझे क्या कर लिया है, परख लिया है। ओके, दिस टू वर्ड आर वेरी इंटरेस्टिंग। कांचन दा मतलब की है जी? एक्चुअली तुहां वेखिया करी सुनियारा, सिस्टर ज्योति, सुनियारा सोना किवें परखदा है, क्या खालस है कि नहीं? ਇੱਕ ਪੱਥਰ ਜਿਹਾ ਹੁੰਦਾ, ਉਹਦੇ ਤੇ ਥੋੜਾ ਜਿਹਾ ਰਗੜ ਕੇ ਦੇਖਦੇ। ਕੀ ਖਿਆਲ ਹੈ ਸਿਸਟਰ ज्योति, ਤੁਹਾਡਾ ਕੀ ਖਿਆਲ ਹੈ ਜੀ? ਅਸਲ ਵਿੱਚ ਸੋਨੇ ਦਾ ਜ਼ਰਾ ਬੀਬੀਆਂ ਨੂੰ ਜ਼ਿਆਦਾ ਪਤਾ ਹੁੰਦਾ ਨਾ, ਮੈਂ ਇਸ ਲਈ ਪੁੱਛਣ ਡਿਆ। ਹਾਂਜੀ, ਏਦਾਂ ਹੀ ਦੇਖਦੇ ਜਿੱਦਾਂ ਬ੍ਰਦਰ ਜੀ ਕਹਿੰਦੇ, ਪਰ ਇੱਕ ਉਹਨਾਂ ਦੇ ਕੋਲ ਵੀ ਹੁੰਦਾ ਕੁਝ, ਹੁਣ ਵੀ ਉਹਦੇ ਨਾਲ ਵੀ ਦੇਖ ਲੈਂਦੇ। ਹਾਂਜੀ, ਇੱਕ ਗਲਾਸ ਹੁੰਦਾ, ਕੀ ਕਹਿੰਦੇ ਉਹਨੂੰ, ਉਹ ਕੋਲ ਕਰਕੇ ਬਿਲਕੁਲ ਲਾ ਕੇ ਦੇਖ ਦਿੰਦੇ। ਓਕੇ, ਵੈਸੇ ਉਹਨਾਂ ਦਾ ਕਿਸ ਦੇਖਦੇ ਜਾਣਾ। ਓਕੇ, ਔਰ ਤੁਹਾਨੂੰ ਪਤਾ ਵੇ ਕਿ ਸੋਨੇ ਦੀ ਜਿਹੜੀ ਡਿਫਰੈਂਟ ਵੈਲਿਊਜ਼ ਨੇ, ਮਸਲਨ ਤੁਸੀਂ ਵੇਖੋਗੇ ਕਿ ਪਾਕਿਸਤਾਨ ਦੇ ਵਿੱਚ ਮੈਨੂੰ ਪਤਾ ਨਹੀਂ 21 ਕੇ 22 ਕੈਰਟ, ਲੇਕਿਨ ਜਦੋਂ ਦੁਬਈ ਤੋਂ ਖਰੀਦੀਏ ਨਾ ਕੋਈ 24 ਕੈਰਟ ਹੁੰਦਾ ਹੈ। ਚੌਹਾਨ ਸਾਹਿਬ, ਤੁਹਾਡਾ ਕੋਈ ਐਕਸਪੀਰੀਅੰਸ ਸੋਨੇ ਚਾਂਦੀ ਦੇ ਵਿੱਚ? ਕੋਈ ਸਾਡੀ ਹੈਲਪ ਕਰੋ। ਇਹ 24 ਕੈਰਟ ਵਾਲਾ ਜਿਹੜਾ 골ਡ ਹੈ ਉਹ ਜ਼ਿਆਦਾਤਰ ਸਾਨੂੰ ਦੁਬਈ ਹੀ ਦਾ ਮਿਲਦਾ, ਕਿਉਂਕਿ ਦੁਬਈ ਦੀ ਅੰਦਰ ਉਹ ਪਤਾ ਨਹੀਂ ਉਹਨਾਂ ਦੀ ਕੀ ਸਟੋਰੀ ਹੈ, ਪਰ ਉੱਥੇ ਪਿਓਰ 24 ਕੈਰਟ 골ਡ ਦੀ ਜੁਐਲਰੀ ਮਿਲ ਜਾਂਦੀ ਹੈ। ਯੈਸ, ਸੋ 23 24 ਤੱਕ ਦੁਬਈ ਚ ਜਾਂਦਾ। ਓਕੇ, ਸੋ ਇਹਦਾ ਮਤਲਬ ਹੈ ਕਿ ਜੀ ਜਦੋਂ ਦਾਊਦ ਕਹ ਰਿਹਾ ਨਾ ਕਿ ਖੁਦਾਵੰਦ ਤੂਨੇ ਮੁਝੇ ਜਾਂਚ ਲਿਆ ਔਰ ਪਰਖ ਲਿਆ ਹੈ, ਓਕੇ, ਐਕਚੁਅਲੀ ਵਾਟ ਹੀ ਇਜ਼ ਸੇਇੰਗ ਕਿ ਖੁਦਾਵੰਦ ਜਿਵੇਂ ਸੁਨਿਆਰਾ ਖਾਲਸ ਸੋਨੇ ਨੂੰ, ਜਦੋਂ ਪਤਾ ਖਾਲਸ ਸੋਨਾ ਕਿਵੇਂ ਬਣਦਾ ਹੈ, ਖਾਲਸ ਸੋਨੇ ਨੂੰ ਬਾਰ-ਬਾਰ ਅੱਗ ਦੇ ਵਿੱਚੋਂ ਗੁਜ਼ਾਰਿਆ ਜਾਂਦਾ ਹੈ, ਬਾਰ-ਬਾਰ, ਤਾਂ ਕਿ ਜਿਹੜੇ ਉਹਦੇ ਅੰਦਰ ਗੰਦਗੀ ਹੈ, ਮਿੱਟੀ ਹੈ, ਇੰਪਿਉਰਿਟੀਜ਼ ਹੈ, ਹੋਰ ਬਾਕੀ ਧਾਤਾਂ ਮਿਲੀਆਂ ਹੋਈਆਂ ਨੇ, ਉਹਦੇ ਵਿੱਚੋਂ ਕੀ ਹੋ ਜਾਣ, ਪਿਘਲ ਕੇ ਦੂਰ ਹੋ ਜਾਣ। ਠੀਕ ਹੈ। ਔਰ ਪੁਰਾਣੇ ਦੌਰ ਦੇ ਵਿੱਚ ਮੈਂ ਸਟੋਰੀ ਸੁਣੀ ਵੀ ਹੈ, ਪੜ੍ਹੀ ਵੀ ਹੈ ਕਿਤੇ, ਕਿ ਉਹ ਸੋਨੇ ਨੂੰ ਜਿਹੜਾ ਸੁਨਿਆਰਾ ਹੁੰਦਾ ਸੀ, ਉਹਨੂੰ ਕਿਦੋਂ ਕੋ ਪਤਾ ਲੱਗਦਾ ਸੀ ਕਿ ਇਹ ਖਾਲਸ ਹੋ ਗਿਆ, ਹੁਣ ਇਹਦੇ ਵਿੱਚ ਕੋਈ ਮਿੱਟੀ, ਕੋਈ ਗਾਰਾ, ਕੋਈ ਕਿਸੇ ਕਿਸਮ ਦੀ ਗੰਦਗੀ, ਹੋਰ ਕੋਈ ਧਾਤ ਇਹਦੇ ਵਿੱਚ ਮੌਜੂਦ ਨਹੀਂ ਹੈ। ਜਦੋਂ ਉਹ ਸੋਨੇ ਨੂੰ ਪਿਘਲਾ ਕੇ ਤੇ ਜਦੋਂ ਆਪਣੀ ਸ਼ਕਲ ਵਿੱਚ ਵੇਂਦਾ ਸੀ ਨਾ, ਔਰ ਉਹਨੂੰ ਆਪਣੀ ਸ਼ਕਲ ਸ਼ੀਸ਼ੇ ਵਾਂਗੂ ਨਜ਼ਰ ਆਉਂਦੀ ਸੀ, ਜਿਵੇਂ ਸਾਨੂੰ ਆਪਣੀ ਨਜ਼ਰ ਆਉਂਦੀ ਨਾ ਸਕਰੀਨ ਦੇ ਵਿੱਚੋਂ, ਠੀਕ ਹੈ ਨਾ, ਵਿਦਆਊਟ ਐਨੀ ਇੰਪਿਉਰਿਟੀਜ਼, ਉਦੋਂ ਉਹਨੂੰ ਪਤਾ ਲੱਗਦਾ ਸੀ ਕਿ ਨਾਓ ਦਿਸ ਗੋਲਡ ਇਜ਼ ਪਿਉਰੀਫਾਈਡ। ਔਰ ਬਾਰ-ਬਾਰ ਪ੍ਰੋਸੈਸ ਕੀ ਹੁੰਦਾ ਸੀ, ਕਿਹਦੇ ਵਿੱਚੋਂ ਕੱਢਦਾ ਸੀ ਸੋਨੇ ਨੂੰ? ਅੱਗ ਦੇ ਵਿੱਚੋਂ, ਠੀਕ ਹੈ ਨਾ, ਅੱਗ ਦੇ ਵਿੱਚੋਂ। सो दाऊद जी तो कहने ना, खुदावन तूने मुझे जांच लिया, तूने मुझे पहचान लिया, मेरे दिल को आजमा लिया, तूने मुझे परखा, कुछ खोट ना पाया। इंटरेस्टिंगली, मतलब देखो कि कॉन्सेप्ट कैसा कहता है कि खुदावन मेरे अंदर कोई गारा, गंदगी, मिट्टी, इंप्योरिटीज, खुदावन तू चेक किया मैनू, तू प्रॉपर मैनू जांचिया वे, एंड देयर वाज नथिंग एल्स। ਇਹਦੇ ਤੋਂ ਮੈਨੂੰ ਜਿਹੜਾ ਵੇ ਨਾ ਯਾਦ ਹੁੰਦਾ ਵੇ ਕਿ ਮਤਲਬ ਦਾਊਦ ਦੀ ਇਸ ਜ਼ਬੂਰ ਦੇ ਵਿੱਚ ਸਾਨੂੰ ਲੱਗਦਾ ਨਹੀਂ, ਕਿਤੇ ਇੰਡੀਕੇਸ਼ਨ ਨਹੀਂ ਮਿਲਿਆ ਕਿ ਦਾਊਦ ਦਾ ਹਿਸਟੋਰੀਕਲ ਬੈਕਗ੍ਰਾਉਂਡ ਕੀ ਸੀ, ਔਰ ਦਾਊਦ ਕਿਹੜੇ ਮੁਕੱਦਮੇ ਚੋਂ, ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਨਿਕਲਣਾ ਚਾਹ ਰਿਹਾ। ਠੀਕ ਹੈ। ਸਕੋਲਰਸ ਗਿਵ 3 ਆਪਸ਼ਨਸ। ਠੀਕ ਹੈ ਜੀ। ਪਹਿਲਾ ਸਕੂਲ ਆਫ ਥਾਟ ਕਹਿੰਦਾ ਵੇ ਕਿ ਜੀ ਐਕਚੁਅਲੀ ਦਾਊਦ ਜਦੋਂ ਸਾਊਲ ਤੋਂ ਨੱਠਿਆ ਵੇ ਨਾ, ਡਰ ਕੇ ਆਪਣੀ ਜਾਨ ਬਚਾਉਣ, ਜਦੋਂ ਸਾਊਲ ਨੂੰ ਮਾਰਨਾ ਚਾਹੁੰਦਾ ਸੀ, ਪਹਿਲਾ ਕੇਸ ਐਵੇਂ ਹੋ ਸਕਦਾ ਦਾਊਦ ਨੇ ਉਦੋਂ ਜ਼ਬੂਰ ਲਿਖਿਆ ਹੋਇਆ। ਦੂਜਾ ਗਰੁੱਪ ਹੈ ਕਹਿੰਦਾ ਵੇ ਕਿ ਜੀ ਐਕਚੁਅਲੀ ਜਦੋਂ ਆਪਣੇ ਬੇਟੇ ਅਬੀਸਲੋਮ ਤੋਂ ਨੱਠਿਆ ਵੇ ਔਰ ਅਬੀਸਲੋਮ ਦੇ ਖਿਲਾਫ ਬਗਾਵਤ ਕਰ ਦਿੱਤੀ ਸੀ ਔਰ ਤਖਤ ਤੇ ਕਬਜ਼ਾ ਕਰ ਲਿਆ ਸੀ, ਤੇ ਦਾਊਦ ਜਿਹੜਾ ਨੱਠਣਾ ਪੈ ਗਿਆ ਉਹਨੇ ਯਰੂਸ਼ਲਮ ਤੋਂ ਸੈਕੰਡ ਟਾਈਮ, ਉਦੋਂ ਦਾਊਦ ਨੇ ਕੀ ਕੀਤੀ ਹੈ, ਇਹ ਦੁਆ ਕੀਤੀ ਹੈ। ਤੀਸਰਾ ਗਰੁੱਪ ਸਕਾਲਰ ਦਾ ਕਹਿੰਦਾ ਵੇ ਕਿ ਨਹੀਂ, ਐਕਚੁਅਲੀ ਜਦੋਂ ਦਾਊਦ ਨੇ, ਜਦੋਂ ਕਿਹਾ ਗਿਆ ਕਿ ਉਹਨੇ ਨਾਤਨ ਨਬੀ ਉਹਦੇ ਕੋਲ ਆਇਆ, ਔਰ ਜਦੋਂ ਹੱਤੀ ਓਰੀਆ ਨੂੰ ਕਤਲ ਕਰਨ ਦਾ ਜਾਂ ਔਰ ਤੇ ਜਦੋਂ ਸਕੈਂਡਲ ਬਣਿਆ ਬਤਸਬਾ ਦਾ, ਸੋ ਦੈਟ ਵਾਸ ਅ ਟਾਈਮ ਵੈਨ ਕਿੰਗ ਡੇਵਿਡ ਹੈਜ਼ ਰਿਟਨ ਦਿਸ ਸਾਮ। ਲੇਕਿਨ ਸਾਨੂੰ ਤੀਸਰਾ ਸਕੂਲ, ਮੈਂ ਇਸ ਲਈ ਥੋੜਾ ਜਿਹਾ ਵੀਕ ਮੈਨੂੰ ਲੱਗਦਾ, ਮੈਂ ਉਸ ਪਾਸੇ ਨਹੀਂ ਜਾ ਰਿਹਾ, ਕਿਉਂਕਿ ਜ਼ਬੂਰ 51 ਸਾਨੂੰ ਉਹਦਾ ਬੈਕਗਰਾਉਂਡ ਦਿੰਦਾ ਵੇ, क्योंकि ज़बूर 51 का सरनामा साफ कहता है कि दाऊद की दुआ, जब नातन नबी जो कोल आया तो फिर दाऊद ने दुआ की और खुदा ने उन्होंने तो रिहाई बख्शी। सो मेरा ख्याल है कि जो साउल तो नठिया वे या अपने बेटे को नठिया वे ना,
that's the time when he prayed this prayer. So that's the historical background. Okay जी, पंजवीं आयत लेना है बड़ी इंपॉर्टेंट है। इत्थे कहंदे जी खुदावंद के इंसानी कामों में कहंदा ਜਦੋਂ ਮੈਂ ਦੁਨੀਆ ਦੇ ਨਾਲ ਡੀਲ ਕਰਨਾ ਨਾ ਜਦੋਂ ਨਾ ਤੇ ਫਿਰ ਮੇਰਾ ਜਿਹੜਾ ਸਟੈਂਡਰਡ ਹੈ ਨਾ ਉਹ ਮੇਰਾ ਦੁਨੀਆ ਦਾ ਸਟੈਂਡਰਡ ਨਹੀਂ ਹੁੰਦਾ। ਮੈਂ ਲੋਕਾਂ ਨੂੰ ਲੋਕਾਂ ਦੇ ਸਟੈਂਡਰਡ ਨਾਲ ਨਹੀਂ ਪਰਖਦਾ, ਮੈਂ ਲੋਕਾਂ ਨੂੰ ਤੇਰੇ ਕਲਾਮ ਦੀ ਮਦਦ ਦੇ ਨਾਲ ਤੇ ਮੈਂ ਹਮੇਸ਼ਾ ਸਟੈਂਡਰਡ ਤੇਰਾ ਰੱਖਣਾ। ठीक है ना, कि कहते हैं इंसानी कामों में तेरे लबों के कलाम की मदद से मैं जालिमों की राहों से बाज रहा। ठीक है जी, ਅਸੀਂ ਬਾਜ਼ ਔਕਾਤ ਜਦੋਂ ਆਪਣੇ ਆਪ ਨੂੰ ਕੰਪੇਅਰ ਕਰਨੇ ਆ ਨਾ, ਅਸੀਂ ਕੰਪੇਅਰ ਕਰਨੇ ਆ ਆਪਣੇ ਆਪ ਨੂੰ ਇਨਸਾਨਾਂ ਦੇ ਸਟੈਂਡਰਡ ਤੇ ਲਿਆ ਕੇ। ਠੀਕ ਹੈ ਨਾ, ਕਿ ਜੀ ਇਹ ਬੰਦਾ ਚਰਚ 'ਚ ਕਿੱਡਾ ਕੋਈ ਐਕਟਿਵ ਹੈ ਤੇ ਇਹ ਭੈਣ ਕਿੱਡੀ ਕੋਈ ਐਕਟਿਵ ਹੈ ਜਨਾਬ, ਅਗਰ ਇਹ ਇੰਜ ਕਰਨ ਡਈ ਤੇ ਮੈਂ ਵੀ ਇੰਜ ਕਰਨਾ ਵੇ, ਅਗਰ ਇਹ ਹੱਥ ਖੜੇ ਕਰਕੇ ਦੁਆ ਕਰਨ ਤੇ ਮੈਂ ਵੀ ਹੱਥ ਖੜੇ ਕਰ ਲਵਾਂ, ਮੈਨੂੰ ਕੀ ਫਰਕ ਪੈਣ ਡਿਆ। ਠੀਕ ਹੈ ਨਾ, ਅਗਰ ਇਹ ਨਾਰੇ ਮਾਰਨ ਨੇ ਤੇ ਮੈਂ ਵੀ ਨਾਰੇ ਮਾਰ ਲੈਣਾ ਵਾ। ਠੀਕ ਹੈ, ਅਗਰ ਜਨਾਬ ਇਹਨਾਂ ਨੇ $500 ਦਿੱਤਾ ਚਰਚ ਨੂੰ ਤੇ ਮੈਂ 1000 ਦੇ ਦਾਂਗਾ। ਮਤਲਬ ਕਾइंड ऑफ we always compare ourselves with humans at a human standard। खुदा कभी भी सानू नहीं कहता, ज़बूर ने भी सानू सिखा रहा वे अगर तुहां इंसानी मामलात दे विच डील करना वे तो फिर स्टैंडर्ड की रखो, फिर लेंस की रखो, फिर लेंस खुदा दा कलाम रखो। ठीक है, फिर लेंस जड़ा वे ना चश्मे जड़ा वे ना वो फिर तुसी इंसाना ना लाओ, फिर खुदा दा लेंस लैके चलो। तो दाऊद यही कह रहा वे तेरे कलाम की मदद से, और रिजल्ट के निकले वे कहता है मेरे कदम तेरे रास्तों पर कायम रहे हैं, मेरे पांव फिसले नहीं। दैट्स द इंटरेस्टिंग केस, क्योंकि जो ਅਸੀਂ इंसानी स्टैंडर्ड ਤੇ ਆਉਂਦੇ ਆ then we are on slippery stones, then ਫਿਸਲਣ ਦਾ ਬੜਾ ਖਤਰਾ ਹੁੰਦਾ ਹੈ। ਇਸੇ ਲਈ ਜ਼ਬੂਰ ਵਿੱਚ ਕਹਿੰਦਾ ਖੁਦਾਵੰਦ ਤੂੰ ਮੇਰੇ ਕਦਮਾਂ ਨੂੰ ਕੀ ਕੀਤਾ ਵੇ ਕਿ ਤੂੰ ਉਹਨਾਂ ਨੂੰ ਫਿਸਲਣ ਨਹੀਂ ਦਿੱਤਾ। ਅਸੀਂ ਵੇਖਦੇ ਆ ਕਿ ਖੁਦਾ ਸਾਨੂੰ ਬਾਰ-ਬਾਰ ਦੱਸਦਾ ਵੇ ਔਰ ਖੁਦਾ ਦਾ ਕਲਾਮ ਸਾਨੂੰ ਦੱਸਦਾ ਵੇ ਕਿ ਮੇਰਾ ਬੰਦਾ ਰਾਤ ਤੋਂ ਬਾਅਦ 7 ਵਾਰੀ ਗਿਰੇਗਾ, ਮੈਂ ਉਹਨੂੰ ਕੀ ਕਰਾਂਗਾ, ਮੈਂ ਉਹਨੂੰ ਖੜਾ ਕਰ ਦਾਂਗਾ। ਠੀਕ ਹੈ ਨਾ, ਸੋ ਕਦਮ ਫਿਸਲ ਜਾਣਾ that's not a big case, ਫਿਸਲ ਕੇ ਤੇ ਗੰਦਗੀ ਦੇ ਵਿੱਚ ਪਿਆ ਰਹਿਣਾ that's a issue। ਠੀਕ ਹੈ ਜੀ, ਓਕੇ ਅੱਗੇ ਚੱਲਦੇ ਹਾਂ। ਸੋ ਅਸੀਂ ਵੇਖਦੇ ਹਾਂ ਜੀ ਕਿ ਅੱਗੇ ਜਿਹੜਾ ਆਪਣੀ ਪਹਿਲੇ 8 ਆਇਤਾਂ ਦੇ ਵਿੱਚ ਅਸੀਂ ਵੇਖਿਆ ਵੇ ਕਿ ਜੀ ਦਾਊਦ ਦੀ ਜਿਹੜੀ ਹੈ ਨਾ ਉਹ ਆਪਣਾ ਮੁਕੱਦਮਾ ਪੇਸ਼ ਕਰਦਾ ਹੈ, ਖੁਦਾ ਨੂੰ ਕਹਿੰਦਾ ਹੈ ਕਿ ਤੂੰ ਉਹਦਾ ਪਲੀ ਪੇਸ਼ ਕਰਦਾ ਵੇ। ਐਂਡ ਦੈਨ 9ਵੀਂ ਆਇਤ ਤੋਂ ਲੈ ਕੇ ਤੇ 12ਵੀਂ ਆਇਤ ਤੱਕ ਅਸੀਂ ਵੇਖਦੇ ਹਾਂ ਕਿ ਨਾਓ ਹੀ ਇਜ਼ ਐਂਟਰਿੰਗ ਐਂਡ ਆਸਕਿੰਗ ਗॉड ਅਬਾਊਟ ਹਿਜ਼ ਐਨਮੀਜ਼। ਹੁਣ ਆਪਣੇ ਦੁਸ਼ਮਣਾਂ ਦਾ ਤਾਰਫ ਕਰਾ ਦਿਆ, ਉਹਦੇ ਮੁਖਾਲਫਿਨ ਕੌਣ। ਠੀਕ ਹੈ, ਤੇ ਮੁਖਾਲਫਿਨ ਤੁਸੀਂ ਵੇਖੋਗੇ, ਲੇਕਿਨ ਮੁਖਾਲਫਿਨ ਤੋਂ ਪਹਿਲਾਂ ਇੱਕ ਚੀਜ਼ ਤੁਸੀਂ ਵੇਖੋਗੇ, ਕਹਿੰਦਾ ਕਿ ਖੁਦਾਵੰਦ ਤੂੰ ਮੈਨੂੰ ਕਿਵੇਂ ਛੁਪਾ। 8ਵੀਂ ਆਇਤ, मुझे आंख की पुतली की तरह महफूज रख। ठीक है, द एप्पल ऑफ एन आई, अख दे विच कोई भी चीज, कोई कंकर निका जा पै जाए, कोई जरा भी कोई हल्के जिहा खराश भी पै जाए या कुछ भी हो जाए, एकदम अख साडी बंद हो जाती है, अखां च पानी निकलना शुरू हो जाता है। लेकिन अगली आयत बड़ी इंपॉर्टेंट है, मुझे अपने परों के साए में छिपा ले। दैट्स इंटरेस्टिंग। ਤੁਸੀਂ ਵੇਖੋਗੇ ਕਿ ਜ਼ਬੂਰ 91 ਅਸੀਂ ਬੜਾ ਗਾਉਂਦੇ ਆ, ਖੁਦਾ ਦੇ ਪਰ ਦੇ ਹੇਠਾਂ ਜੋ ਕੋਈ ਇਨਸਾਨ ਰਹਿੰਦਾ ਹੈ, ਖੁਦਾ ਦੇ ਖੰਭ ਦੀ ਛਾਂ ਹੇਠਾਂ। ਠੀਕ ਹੈ, ਇੱਥੇ ਪਰਾਂ ਜਾਂ ਵਿੰਗਸ ਦਾ ਕਨਸੈਪਟ ਮੈਂ ਕਲੀਅਰ ਕਰ ਚੁੱਕਿਆ ਵਾਂ ਕਿ ਵਿੰਗਸ ਜਿਹੜੇ ਨੇ ਉਹ ਖੁਦਾਵੰਦ ਯਿਸੂ ਮਸੀਹ ਦੀ ਜ਼ਾਤ ਨੂੰ ਪੇਸ਼ ਕਰਦੇ ਨੇ, ਜਿਹਦੇ ਵਸੀਲੇ ਕੌਮਾਂ ਨੂੰ ਸ਼ਿਫਾ ਮਿਲਦੀ है। क्योंकि मलाकी नबी का सिफा वे ऐसे आफ्ताब सदाकत तालिया होगा और उसकी किरणों से, किरणों का मतलब है वे जेडे ओदे विंग्स ने, दैट्स द आइडिया, द हिब्रू वर्ड दा विंग इस्तेमाल होया वे, दैट सेम वर्ड फॉर द लाइट्स एंड द रेज ऑफ लाइट जेड़ा वे मलाकी इस्तेमाल करता है। ठीक है, तो कहंदा कि मैनू एंड छुपा। और तुहानू याद होएगा यीशु मसीह जी यरूशलेम ते दुआ कीती, किहड़ी दुआ कीती है, ऐ यरूशलेम मैंने कितनी बार चाहा, जैसे मुर्गी अपने बच्चों को अपने परों तले क्या कर लेती है, जमा कर लेती है, मैं भी तुझे छुपा लूं, लेकिन तूने ना चाहा और अब ये वीरान छोड़ा जाता है। तो मेरे जीजो, खुदा सानू बाज़ औकात मौके दिंदा वे कि असी खुदा दे परां थले आ जाइए, असी खुदा दे फोल्ड च आ जाइए। लेकिन जिवें यरूशलेम ने यीशु मसीह ਨੂੰ ਰਿਜੈਕਟ ਕਰ ਦਿੱਤਾ ਸੀ, ਅਸੀਂ ਵੀ ਬਾਜ਼ ਔਕਾਤ ਜਦੋਂ ਖੁਦਾ ਸਾਡੇ ਕੋਲ ਐਸੇ ਲੋਕ, ਖੁਦਾ ਸਾਡੇ ਕੋਲ ਐਸਾ ਸਰਕਲ, ਖੁਦਾ ਸਾਡੇ ਕੋਲ ਐਸੇ ਵਸੀਲੇ ਬਣਾਉਂਦਾ ਵੇ, ਅਸੀਂ ਬਾਜ਼ ਔਕਾਤ ਨਹੀਂ ਸਮਝ ਪਾਉਂਦੇ ਐਂਡ ਵੀ ਡਿਸਰਿਸਪੈਕਟ, ਵੀ ਰਿਜੈਕਟ, ਔਰ ਅਸੀਂ ਉਹਨਾਂ ਖੁਦਾ ਦੇ ਦਿੱਤੇ ਗਏ ਵਸੀਲਿਆਂ ਨੂੰ ਔਰ ਖੁਦਾ ਦੇ ਪਰ ਜਿਹੜੇ ਦਿੱਤੇ ਹੁੰਦੇ ਨੇ ਅਸੀਂ ਉਹਨਾਂ ਨੂੰ ਕੀ ਕਰ ਦਿੰਦੇ ਹਾਂ, ਬਾਜ਼ ਔਕਾਤ ਰਿਜੈਕਟ ਕਰ ਦਿੰਦੇ ਹਾਂ। ਐਂਡ ਦੈਨ ਅਲਟੀਮੇਟਲੀ ਜਜਮੈਂਟ ਇਜ਼ ਦੇयर। ਓਕੇ ਜੀ, तो जी कहते जी वो लोग कौन ने, आंदा जी मेरे जानी दुश्मन मुझे घेरे हुए हैं, उन्होंने अपने दिलों को सख्त किया है, वो अपने मुंह से बड़ा बोल बोलते हैं, उन्होंने कदम कदम पर घेरा है, वो ताक लगाए हैं कि हमको जमीन पर पटक दें। लेकिन अगे की कहते जी उन्होंने तमसील दे रहा है किदे वांगरू ने, शेर बब्बा वांगरू, जवान शेर वांगरू।
ठीक है। और तुहानू याद होएगा पतरस ने ए सेम इमेज यूज किया वे। सिस्टर ज्योति अगर तुसी कड्डो और पहला पतरस ते ओदा 5वें बाब दी 8वीं आयत पढ़ो तुसी वेखोगे कि पतरस तुहानू सेम लैंग्वेज यूज करदा नजर आउंदा है। पतरस ਪਹਿਲਾ दा पहला ਪਤਰਸ ਹਾਂਜੀ ਉਹਦਾ 5 ਬਾਬ ਉਹਦੀ 8 ਆਇਤ। ਹਾਂਜੀ ਸਾਵਧਾਨ ਹੋ ਕੇ ਜਾਗਦੇ ਰਹੋ ਕਿਉਂਕਿ ਤੁਹਾਡਾ ਬੈਰੀ ਅਰਥਾਤ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਵੇ। ਠੀਕ ਹੈ ਜੀ। ਤੁਸੀਂ ਵਿਸ਼ਵਾਸ ਵਿੱਚ ਅਟਲ ਬਣੋ ਅਤੇ ਉਸ ਦਾ ਮੁਕਾਬਲਾ ਡਟ ਕੇ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਵੀ ਸੰਸਾਰ ਭਰ ਵਿੱਚ ਇਹੋ ਜਿਹੇ ਦੁਖੀ ਸਹਿ ਰਹੇ ਹਨ। थैंक यू। तो जी अबलीस किदे अंगरू दुब के बैठा हुए शेर अंगरू। ठीक है ना। मैं पिछले संडे कलाम शेर हंट किवें करदा वे। शेर दा हंटिंग स्टाइल की हुंदा है आप ही हमेशा किवें होणगे जत्था बन के। ठीक है। जिन्हों शिकार करना आएगा उन्होंने की कर देंगे उन्होंने साइड ते कर देंगे उन्होंने ओदे जत्थे तो अलग कर देंगे। ठीक है। सो दैट्स अ टेक्निक। शैतान हमेशा की करदा वे कि जिन्हों फाड़ना होए जिन्हों मारना होए जिन्हों यूज करना होए ना उन्होंने हमेशा ओदे जत्थे तो उन्होंने की कर देगा अलग कर देगा। दैट्स वेरी इंपॉर्टेंट कि चर्च नूं कलीसिया नूं गल समझनी चाहिए कि कलाम में लिया हुआ कि हम शैतान के हीलों से ना वाकिफ नहीं है। वी नो द टेक्निक्स ऑफ द डेविल एंड द डीमंस दे आइसोलेट। So we need, that's why body, that's why church, that's why community is so important. Okay जी अगे चलने हैं। ਤੁਸੀਂ ਵੇਖਿਆ ਕਿ ਇਹਦਾ ਕੀਤਾ ਗਿਆ ਵੇ ਅੱਗੇ 13ਵੀਂ ਆਇਤ 8ਵੀਂ ਆਇਤ ਦਾ ਇੱਕ ਹੋਰ ਬੜਾ ਇੰਪੋਰਟੈਂਟ ਹੈ। ਮੈਂ ਵੇਖਣ ਡਿਆ ਸਾਂ 8वीं आयत ਜਿਹੜੀ ਨਾ ਕਿ मुझे आंख की पुतली की तरह महफूज रख मुझे अपने पैरों के साए में छिपा ले। दैट वाज द बेड टाइम शिमा इन द ज्यूइश लिटर्जी। यानी रात ਨੂੰ ਸੌਣ ਲੱਗਿਆ ਜਿਹਨੂੰ ਡਰ ਲੱਗੇ ਜਾਂ ਜਿਹੜਾ ਕੋਈ ਬੰਦਾ ਜਿਹਨੂੰ ਕੋਈ ਖੌਫ ਹੋਏ ਨਾ ਯਹੂਦੀ ਰਾਤ ਨੂੰ ਸੌਣ ਲੱਗਿਆ ਇਹ ਦੁਆ ਕਰਕੇ ਸੌਂਦੇ। ठीक है जी। ਜਿਹੜੇ ਲੋਕ ਸੁਣਨ ਰਹੇ ਨੇ ਸਾਡਾ ਪੈਨਲ ਵੀ ਬਾਕੀ ਵੀ ਲੋਕ ਸੁਣਨਗੇ। ਸੋ ਅਗਰ ਤੁਹਾਂ ਰਾਤ ਨੂੰ ਸੌਣ ਲੱਗਾ ਤੁਹਾਨੂੰ ਕੋਈ ਦੁਆ ਨਹੀਂ ਆਉਂਦੀ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਕੀ ਦੁਆ ਕਰਨੀ ਹੈ ਤੇ ਸਿੰਪਲ 8वीं आयत पढ़ लो मुझे आंख की पुतली की तरह महफूज रख मुझे अपने पैरों के साए में। ठीक है जी। सो ਅੱਜ ਤੋਂ ਮੈਂ ਪਹਿਲਾਂ ਭੁੱਲ ਗਿਆ ਹਾਂ ਲੇਕਿन मैं लगदा है अच्छी दुआ दुआ लेना पढ़ लेने याद ही कर लेनी चाहिए। ठीक है ना। सो याद किवें करिए मुजबानी बोलिए जी मुजबानी की है। ओके। मुझे आंख की पुतली की तरह की रख मुझे अपने परों के साए में छुपा ले। एक बार फिर आखिए जरा। ठीक है। फिर दोबारा आखिए छुपा ले। मुझे आंख की पुतली की तरह की रख मुझे अपने परों के छुपा ले। ओके ओके जी। सो नाउ वी कम टू द 14वीं आयत है ना दैट्स प्रॉब्लमैटिक। क्योंकि प्रॉब्लमैटिक इसलिए कुछ लोगों को लगता वे कि दाऊद इत्थे कहन दिया वे कि खुदावन जिहड़े शरीर ने ना जिहड़े बदकार लोग ने गुनाहगार लोग ने उन्हां दे पेट भी भरे हुंदे ने ते उन्हां दी औलाद भी तंदुरुस्त रहिंदी है ते जिहड़े तेरी खिदमत करदे ने जिहड़े करदे ने कदी शिंगल घेर लैंदी है ते कदी स्कैटिक घेर लैंदी है ते कदी सानू आर्थराइटिस हो जांदा है ते कदी सानू जनाब कोरोना हो जांदा है कदी मतलब ਅਸੀਂ ਸਜਦੇ ਕਰ ਕਰ ਹਫ ਜਾਂਦੇ ਆ ਖੱਪ ਜਾਂਦੇ ਆ ਖਿਦਮਤ ਕਰ ਕਰ ਤੇ ਸਾਡੀ ਜਾਨ ਨਹੀਂ ਛੁੱਟਦੀ। ਉਹਨਾਂ ਲੋਕਾਂ ਨੂੰ ਵੇਖ ਤੇਰੀ ਪਰਵਾਹ ਨਹੀਂ ਕਰਦੇ ਐ ਮੋਟੇ ਤਾਜ਼ੇ ਤਗੜੇ ਦੁਨੀਆ ਦੀ ਹਰ ਬਰਕਤ ਉਹਨਾਂ ਦਾ ਬੈਂਕ ਬੈਲੈਂਸ ਤੋਂ ਲੈ ਕੇ ਬਿਜ਼ਨਸ ਤੋਂ ਲੈ ਕੇ ਤੇ ਹਰ ਚੀਜ਼ ਉਹਨਾਂ ਦੀ ਸਿਕਿਉਰ ਹੈ ਤੇ ਸਾਡੀ ਬਿਮਾਰੀਆਂ ਨਹੀਂ ਜਾਨ ਛੱਡਦੀਆਂ ਕਾਈਂਡ ਆਫ। ਠੀਕ ਹੈ ਲੱਗਦਾ ਇੰਜ ਲੇਕਿਨ ਐਕਚੁਅਲੀ ਦਿਸ ਇਜ਼ ਨਾਟ ਦ ਕੇਸ। आयत नंबर 14 ਜਿਹੜੀ ਹੈ ਨਾ एक्चुअली ਤੁਸੀਂ ਵੇਖੋਗੇ वो कहता है कि अपने हाथ से ए खुदावंद मुझे लोगों से बचा और कितना लोगों को बचा यानी दुनिया के लोगों से जिनका बखरा इसी जिंदगी में है यानी दे डोंट हैव होप इन द लाइफ हियर आफ्टर इटर्नल लाइफ उन्हां कोल कोई नहीं है उन्हां कोल ए लाइफ है दैट्स व्हाई दे आर हियर। लेकिन कहता है कि जिहड़े तेरे लोग ने उन्हां नूं की करना वे ना सिर्फ है उन्हां दा पेट अपने ज़खीरे नाल भरना वे बल्कि उन्हां दी औलाद भी जिहड़ी है खुदावंद तू उन्होंने ब्लैस करना वे। लेकिन ब्लैसिंग इट्स नॉट कंपेयर्ड टू द ह्यूमन स्टैंडर्ड दैट्स द की। ब्लैसिंग जिहड़ी है वो सानू किहदे स्टैंडर्ड नाल वेखनी पएगी खुदा दे स्टैंडर्ड नाल। ठीक है दैट्स व्हाट एक्चुअली ही इज सेइंग। पर तर्जमा इंज लगदा वे कि सानू लगदा वे कि वो उन्हां लोकां दी प्रेज करन दिया वे कि जिहड़े जिन्हां दे पेट भी भरे ने जिन्हां दे बैंक बैलेंस भी भरे ने जिन्हां दी औलाद भी हस्बे मुराद है 10 8 6 बच्चे कोई फिक्र फाके कोई नहीं। ठीक है आ वेख्या फिर इंडिया च एक न्यूज़ आई सी वो इंडिया का कोई बंदा सी मेरा ख्याल है पता नहीं किहड़े पासे चलदा बड़ी बीबीसी ने न्यूज़ लाई सी वो कल्ले बंदे दी 39 बीबियां ते पता नहीं कि 100 150 बच्चा
ਤੇ ਉਹਨੇ ਕਿਹਾ ਜੀ ਕਿ ਮੈਂ ਦੁਨੀਆ ਦਾ ਰਿਕਾਰਡ ਕਾਇਮ ਕਰਨਾ ਚਾਹਦਾ। ਉਹਦੀ ਜੋ ਡੈਥ ਹੋਈ ਹੈ ਤੇ ਲੋਕੀ ਤੇ BBC ਤੇ ਮਾਰ ਆਪਣਾ ਦੁਨੀਆ ਦੇ ਸਾਰੇ ਨਿਊਜ਼ ਚੈਨਲ ਨੂੰ ਕਵਰ ਕਰਨੇ ਕਿ ਦੁਨੀਆ ਦੇ ਸਾਰਿਆਂ ਨਾਲੋਂ ਵੱਡੇ ਖਾਨਦਾਨ ਦਾ ਸਰਬਰਾਹ ਮਰ ਗਿਆ। ਠੀਕ ਹੈ, ਤੁਸੀਂ ਵੇਖਦੇ ਆ ਕਿ ਜਿਹੜੀ ਔਲਾਦ ਵੀ ਆਂਦਾ ਹਸਬੇ ਮੁਰਾਦ ਹੈ। ਠੀਕ ਹੈ, ਅਸੀਂ ਵੈਸਟਰਨ ਕੰਟਰੀਆਂ 'ਚ ਰਹਿੰਦੇ ਆ, ਇੱਥੇ ਬੱਚੇ ਦੋ ਹੀ ਅੱਛੇ, ਇੱਕ ਦੋ ਦੋ ਕਰਕੇ ਇੰਡਸਟਰੀਅਲ रेवोल्यूशन ने जनाब बच्चों ने पैदा देता है। ठीक है, तो कम ही मुक गया है। वो अपना बाकी माल अपने बच्चों के लिए छोड़ जाते हैं। सो इट सीम्स दैट he is praising their flourishment और their prosperity, लेकिन जो कंट्रास्ट पेश करता है कहता है अपनी गल करता है हम पर्सनल, पर मैं तो सदाकत में तेरा दीदार, सदाकत मतलब राइचसनेस, रास्तबाजी दे विच, ओके, आंदा मैं तेरा दीदार, खुदा मैं तेरा दर्शन करांगा। ठीक है, और जो मैं जागांगा, सो जागन दे दो कॉन्सेप्ट ने, एक के फिजिकल स्लीप तो उठना और दूसरा की है जेड़ा जिंदगी तो उठते ने जेड़े लोग मुर्दियां तो जी उठते। तो दो चीजें तुहानू याद है कि यीशु मसीह ने लफ्ज यूज किया कि मेरा दोस्त लाजर सो गया है, मैं उसे की करने जाना हूं, मैं उसे जगाने जाता। ठीक है, तो आंदा मैं तेरी शबाहत से, खुदा मैं तेरा चेहरा वेखांगा जो हो, आंदा मैं रज जावांगा, मैं शेर हो जाऊंगा। ठीक है, आई नीड नथिंग मोर। सो मेरे जीजो, व्हाट एक्चुअली डेविड इज ट्राइंग टू से, दो हवाले से सिर्फ और पढ़ांगे एंड देन वी आर वाइंड अप। रोमन्स 8वां बाब 29 ते 30 आयत ते तीतस दा खत 3रे बाब दी 7 आयत। सो अंकल जोशुआ तुसी टाइटस काढ लो, तीतस 3 बाब 7 आयत, सिस्टर ज्योति रोमन्स 8वां बाब 29 तो 30 आयत। रोमियो, पहला रोमियो पढ़ने आ, फिर टाइटस पढ़ने आ जी। हाँ जी, मैं पढ़ांगी रोमियो 8 ओदा 29 बाब। क्योंकि जिन्हां ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਜਾਣ ਲਿਆ, ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਵੀ ਨਿਯੁਕਤ ਕਰ ਦਿੱਤਾ ਹੈ ਕਿ ਉਸ ਦਾ ਪੁੱਤਰ ਬਹੁਤਿਆਂ ਭਰਾਵਾਂ ਵਿੱਚ ਜੇਠਾ ਠਹਿਰੇ। ਸੋ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਨਿਯੁਕਤ ਕੀਤਾ, ਉਹਨਾਂ ਨੂੰ ਸੱਦਿਆ ਵੀ, ਫਿਰ ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ, ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। थैंक यू। तो वेंदे जी कितना प्रोसेस है? इट्स अ 4 लेवल प्रोसेस। की ये पौलुस की कह रहा है, जिनको उसने पहले से जाना, मतलब दे वर इन द गॉड्स प्लान, उन्होंने की कीता, मुकर्रर कीता, दे हैज बीन ऑर्डेन, ओदे बेटे दे कादली ऑर्डेन कीता कि ओ खुदा दे बेटे दे हम शक्ल बन जाए। ओके, और क्यों? क्योंकि यीशु मसीह भाइयां चो पहले उठा जेठा ठहरे, और जिनको पहले से मुकर्रर किया उन्होंने की कीता, फिर उन्होंने बुलाया, कॉल दी, आ जाओ हन तुहाडी वारी है, नाउ यू आर इन द प्लान। बुलाया, बुलान तो बाद, तो पहला की जानिया, फिर की कीता, मुकर्रर कीता, फिर की कीता, बुलाया, बुलान तो बाद की कीता, रास्तबाज ठहराया। हियर यू गो, दैट्स द 4th लेवल। ठीक है, रास्तबाज बनाया। अच्छा, दिलचस्प गल है, रास्तबाज है नहीं सन, दे हैव बीन pronounced as a righteous। ठीक है, ठहराया, खुदा ने ठहराया, इंसानी कोई काम नहीं है, ठहराया। और जिनको रास्तबाज ठहराया उनको जलाल, हियर यू गो, दे एंटर इन द ग्लोरी। ओके, so that's the case what David is requesting. David is asking God, announce me righteous, justified, मैनू खुदावन तू रास्तबाज ठहरा, मेरा हक दा मुकदमा सुन ते मैनू रास्तबाजां च शामिल कर ले। ठीक है, सो लेकिन ਅਸੀਂ ਵੇਖਨੇ ਆ कि ਇਹ खुदा दा प्लान, खुदा ने यीशु मसीह दे विच रास्तबाज ठहराया, मेरी ਤੁਹਾਡੀ कोई रास्तबाजी नहीं। ठीक है, अंकल जी तुसी वाला पढ़ो जरा, तीतस 3रा बाब 7वीं आयत। तीतस 3रा बाब ਉਹਦੀ 7ਵੀਂ ਆਇਤ। ਭਾਈ ਅਸੀਂ ਉਹਦੀ ਕਿਰਪਾ ਦੇ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ सदीपक जीवन दे अधिकारी होइए। Here you go, किवें जी? उसके फजल से, यानी गिफ्ट ऑफ गॉड। फजल पता किनू क्या है? ग्रेस ऑफ गॉड किनू किया जाता है? ग्रेस का मतलब है जी ऐसा गिफ्ट जिहड़ा खुदा सानू दे रहा जिहदे असीं हकदार नहीं है। ठीक है, सो खुदा दे फजल दे वसीले खुदा सानू की ठहराया वे? रास्तबाज, राइचस, जस्टिफाइड, ताकि हमेशा दी जिंदगी दी उम्मीद दे विच की बनी है सी? विरासत, वारस बन गई है। मेरे जिसो दाऊद ने दुआ की थी, दाऊद नु खुदा ने रास्तबाज ठहराया, दाऊद दी दुआ कबूल हुई, इसलिए दाऊद दी नस्ल दे विचों खुदा ने यीशु मसीह नु कल्लिया। और दाऊद दी ओ दुआ जो अज असी पढ़ने और असी दाऊद दी दुआ करने आ, असी भी खुदावन यीशु मसीह दे विच असी रास्तबाज ठहराए गए हैं। सो अगर याद रखो, राइचसनेस इज अ गिफ्ट ऑफ गॉड, नॉट बेस्ड ऑन आवर ओन वर्क। खुदा दा फजल है,
ਖੁਦਾਵੰਦ ਸਾਨੂੰ ਸਾਰਿਆਂ ਤੇ ਆਪਣਾ ਫਜ਼ਲ ਕਰੇ ਔਰ ਸਾਨੂੰ ਆਪਣੀ ਰਾਸਤਬਾਜ਼ੀ ਚੱਲਣ ਦੀ ਤੌਫੀਕ ਬਖਸ਼ੇ ਆਮੀਨ। ਆਮੀਨ। ਥੈਂਕ ਯੂ ਪਾਸਟਰ ਜੀ। ਆਮੀਨ। ਮੈਂ ਹੁਣ ਰਿਕੁਐਸਟ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਸਾਰੇ ਨਾਲ ਆਪਣੇ ਰਿਫਲੈਕਸ਼ਨ, ਆਪਣੇ ਕਮੈਂਟਸ ਤੇ ਸਵਾਲ ਸ਼ੇਅਰ ਕਰਨਗੇ। ਮੈਂ ਦਾ ਮੇਨ ਥੀਮ ਜਿਹੜਾ ਨਾ ਉਹ ਇਸ ਤਰ੍ਹਾਂ ਲਿਆ ਕਿ plead for justice in the face of false accusation and persecution. They would urge us to realize the true goal of life, to know God, and the true reward of life, to see God one day. The तीसरी आयत ਜਿਹੜੀ है, was David saying he was sinless? Far from proud assumption of purity, David's claim as an understanding of his relationship with God. David freed his own sins. ਜਦੋਂ ਵੀ ਕੋਈ ਗੁਨਾਹ ਕਰ ਲੈਂਦਾ ਸੀ ਨਾ, ਉਸੇ ਵੇਲੇ ਹੀ ਉਹ ਬੈਠ ਜਾਂਦਾ ਸੀ ਖੁਦਾ ਦੇ ਕੋਲੋਂ ਮਾਫੀ ਮੰਗਣ ਦੇ ਲਈ। His claim to goodness therefore was based on his continual seeking after God. 8ਵੀਂ ਦੇ ਵਿੱਚ ਹਮੇਸ਼ਾ ਮੈਂ ਵੀ ਜਿਸ ਤਰ੍ਹਾਂ ਪਾਸੇ ਦੇ ਵਿੱਚ ਅੱਜ ਦੇ ਵਿੱਚ ਲਿਖਿਆ, ਮੇਰੀ ਹਮੇਸ਼ਾ ਇਹੋ ਹੀ ਦੁਆ, ਖੁਦਾ ਜਦੋਂ ਮੈਂ ਘਰ ਤੋਂ ਬਾਹਰ ਜਾਣਾ ਤੇ ਖੁਦਾਵੰਦ ਮੈਨੂੰ ਆਪਣੇ ਪਰਾਂ ਹੇਠ ਛੁਪਾ ਲਾ, ਆਪਣੇ ਲਹੂ ਹੇਠ ਛੁਪਾ ਲਾ, ਤਾਂ ਕਿ ਮੈਂ ਬਾਹਰ ਜਾ ਰਿਹਾ ਤੇ ਮੈਨੂੰ ਸੰਭਾਲ ਕੇ ਰੱਖੀ। ਤੇ ਆਉਣ ਲੱਗਿਆ ਵੀ ਖੁਦਾ ਦਾ ਮੈਂ ਸ਼ੁਕਰ ਕਰਦਾ, ਸ਼ੁਕਰ ਹੈ ਤੂੰ ਮੈਨੂੰ ਮੇਰੇ ਕੰਮ ਤੇ ਲੈ ਕੇ ਗਿਆ ਤੇ ਉੱਥੇ ਮੈਂ ਰਿਹਾ ਜਿੰਨਾ ਚਿਰ ਵੀ ਤੂੰ ਮੇਰੀ ਰਹਿਨੁਮਾਈ ਕੀਤੀ ਲੋਕਾਂ ਦੇ ਨਾਲ, ਤੇ ਸਹੀ ਸਲਾਮਤੀ ਮੈਨੂੰ ਲੈ ਕੇ ਆਇਆ। ਇੱਕ ਇਹ ਵੀ ਵਿਸ਼ਵਾਸ ਹੈ ਤੁਹਾਡਾ ਕਿ ਜਦ ਤੱਕ ਤੁਸੀਂ ਤੁਹਾਡਾ ਖੁਦਾ ਦੇ ਉੱਤੇ ਵਿਸ਼ਵਾਸ ਨਹੀਂ ਆ, ਤੇ ਮੈਂ ਤੇ ਇਹ ਸਮਝਦਾ ਵੀ ਕੋਈ ਫਾਇਦਾ ਹੀ ਨਹੀਂ ਹੈ ਕਿ ਵੀ ਅਸੀਂ ਬਾਈਬਲ ਨੂੰ ਪੜ੍ਹ ਕੇ, ਉਹ ਬਹੁਤ ਵੱਡੀ ਚੀਜ਼ ਹੈ। Thank you. Thank you. ਮੈਂ ਹੁਣ ਇਨਵਾਈਟ ਕਰਦੀ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨਗੇ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਇਸ ਦੀਆਂ ਸਾਰੀਆਂ ਹੀ ਆਇਤਾਂ ਬਹੁਤ ਚੰਗੀਆਂ ਨੇ, ਪਰ ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਜਿਹੜੀ ਇਹਦੀ 14 ਤੇ 15 ਆਇਤ ਆ ਕਿ ਹੇ ਪ੍ਰਭੂ ਉਹਨਾਂ ਲੋਕਾਂ ਕੋਲੋਂ ਜਿਨ੍ਹਾਂ ਦੇ ਹਿੱਸੇ ਇਹੋ ਸੰਸਾਰ ਆਇਆ। ਸੰਸਾਰ ਦਾ ਮਤਲਬ ਇੱਥੇ ਦੋਦ ਨੇ ਕੀਤਾ, ਜਿਸ ਤਰ੍ਹਾਂ ਪਾਸਟਰ ਨੇ ਦੱਸਿਆ ਕਿ ਸੰਸਾਰ ਵਿੱਚ ਜੋ ਲੋਕੀ ਸੰਸਾਰ ਵਿੱਚ ਸਿਰ ਦਿੰਦੇ ਨੇ, ਜਿਨ੍ਹਾਂ ਕੋਲ ਬਹੁਤ ਕੁਛ ਹੈ, ਸਾਰਾ ਕੁਛ ਹੈ, ਬਰਕਤ ਹੈ, ਲੇਕਿਨ ਉਹਨਾਂ ਦੇ ਕੋਲ ਪ੍ਰਭੂ ਨਹੀਂ ਹੈ, ਉਹ ਖੁਦਾ ਨੂੰ ਨਹੀਂ ਜਾਣਦੇ। ਔਰ ਉਸਨੇ ਕਿਹਾ ਉਸਦੇ ਕੋਲ, ਉਹਨਾਂ ਦੇ ਕੋਲ ਆਪਣੇ ਆਪ ਬਰਕਤਾਂ, ਕਿਉਂਕਿ ਬਰਕਤਾਂ ਦਾ ਮਤਲਬ ਇਹ ਨਹੀਂ ਹੈ ਕਿ ਖੁਦਾ ਨੇ, ਕਿਉਂਕਿ ਪ੍ਰਭੂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਮੈਂ ਤੈਨੂੰ ਕਿਸੇ ਵੀ ਚੀਜ਼ ਤੋਂ ਨਹੀਂ ਰਹਿਣ ਦਿਆਂਗਾ। ਪਰ ਖੁਦਾ ਉਸਨੇ ਕਿਹਾ ਕਿ ਜਦੋਂ ਪ੍ਰਭੂ ਦੇ ਪਿੱਛੇ ਅਸੀਂ ਚੱਲਦੇ ਹਾਂ ਤਾਂ ਬਰਕਤਾਂ ਤੇ ਸਾਨੂੰ ਮਿਲਦੇ ਹੀ ਹਨ, ਪਰ ਇਹ ਉਹ ਲੋਕਾਂ ਨੇ ਜੋ ਖੁਦਾ ਨੂੰ ਨਹੀਂ ਜਾਣਦੇ। ਸੰਸਾਰਿਕ ਚੀਜ਼ਾਂ ਦੇ ਨਾਲ ਉਹਨਾਂ ਦੇ ਕੋਲ ਹਰ ਇੱਕ ਚੀਜ਼ ਹੈ, ਉਹਨਾਂ ਦੀ ਸੰਤਾਨ ਤੋਂ ਗਾਂ ਸੰਤਾਨ ਦੇ, ਉਹਨਾਂ ਨੇ ਜਿਸ ਤਰ੍ਹਾਂ ਲਿਖਿਆ ਕਿ ਉਹਨਾਂ ਦੇ ਕੋਲ ਵੀ ਬਹੁਤ ਪੈਸਾ ਧੇਲਾ ਹੈ, ਪਰ ਉਸਨੇ ਕਿਹਾ ਕਿ ਮੈਂ ਪ੍ਰਭੂ ਦੇ ਰਾਜ ਨੂੰ ਕੌਣ ਦੇਖੇਗਾ? ਜੋ ਖੁਦਾ ਨੂੰ ਜਾਣਦਾ ਹੈ, ਜੋ ਪ੍ਰਭੂ ਦੇ ਬਚਨਾਂ ਤੇ ਚੱਲਦਾ ਹੈ, ਸਿਰਫ ਉਹੀ ਪ੍ਰਭੂ ਦੇ ਰਸਤੇ ਤੇ ਚੱਲ ਸਕਦਾ ਹੈ, ਨਾ ਕਿ ਜਿਨ੍ਹਾਂ ਦੇ ਕੋਲ ਜੋ ਸੰਸਾਰਿਕ ਚੀਜ਼ਾਂ ਦੇ ਨਾਲ ਇਸ ਵਕਤ ਜਿਸ ਤਰ੍ਹਾਂ ਅੱਜ ਵੀ ਹੈ ਕਿ ਜੋ ਸੰਸਾਰਿਕ ਚੀਜ਼ਾਂ ਦੇ ਵਿੱਚ ਜਿੰਦੇ ਹਨ, ਜੋ ਖੁਦਾ ਦੇ ਵਿੱਚ ਟਾਈਮ ਨਹੀਂ ਕੱਢਦੇ, ਜੋ ਖੁਦਾ ਨੂੰ ਟਾਈਮ ਨਹੀਂ ਦਿੰਦੇ, ਸਿਰਫ ਆਪਣੇ ਹੀ ਕੰਮਾਂ ਦੇ ਵਿੱਚ ਲੱਗੇ ਹੋਏ ਹਨ। ਔਰ ਚਾਹੇ ਉਹਨਾਂ ਕੋਲ ਜਿੰਨਾ ਵੀ ਪੈਸਾ ਹੋਵੇ ਜਾਂ ਕੁਛ ਵੀ ਹੋਵੇ, ਸਾਰਾ ਬਰਕਤ ਉਹਨਾਂ ਕੋਲ ਹੋ ਸਕਦੀ ਹੈ, ਪਰ ਪ੍ਰਭੂ ਦਾ ਵਚਨ ਜਿੰਨੀ ਦੇਰ ਉਹਨਾਂ ਦੇ ਕੋਲ ਨਹੀਂ, ਉਨੀ ਦੇਰ ਉਹ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਖੁਦਾਵੰਦ ਦਾ ਵਚਨ ਐਸਾ ਹੈ ਜੋ ਸਾਨੂੰ ਪ੍ਰਭੂ ਤੱਕ ਲੈ ਕੇ ਜਾਂਦਾ ਹੈ। ਔਰ ਉਸਨੇ ਕਿਹਾ ਕਿ ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਅੱਗੇ ਨਿਰਦੋਸ਼ ਹੋਣ ਦੇ ਕਾਰਨ ਮੈਂ ਤੇਰੇ ਦਰਸ਼ਨ ਕਰਾਂਗਾ, ਔਰ ਮੈਂ ਆਪਣੇ ਜਾਗਣ ਦੇ ਤੇਰੇ ਦਰਸ਼ਨ ਕਰਕੇ ਤ੍ਰਿਪਤ ਹੋ ਜਾਵਾਂਗਾ। ਕਿ ਜਦੋਂ ਖੁਦਾਵੰਦ ਮੈਂ ਤੁਹਾਡੇ ਵਿੱਚ ਜਾਗਾਂਗਾ, ਮੈਂ ਜਦੋਂ ਸੌ ਜਾਵਾਂਗਾ, ਉਸ ਤੋਂ ਬਾਅਦ ਜਦੋਂ ਪ੍ਰਭੂ ਤੁਸੀਂ ਆਓਗੇ ਨਿਆਂ ਵਾਲੇ ਦਿਨ, ਔਰ ਜਦੋਂ ਮੈਂ ਜਾਗਾਂਗਾ ਖੁਦਾਵੰਦ, ਮੈਂ ਆਪਣੇ ਕੀਤੇ ਹੋਏ ਕੰਮਾਂ ਦੇ ਰਾਹੀਂ ਜੋ ਮੈਂ ਪ੍ਰਭੂ ਦਾ ਵਚਨ ਸੁਣਦਾ ਔਰ ਸੁਣਾਉਣਾ, ਮੈਂ ਉਹਦੇ ਨਾਲ ਮੈਂ ਖੁਦਾਵੰਦ ਤੁਹਾਨੂੰ ਦੇਖ ਸਕਦਾ ਹਾਂ। ਔਰ ਮੈਨੂੰ ਤਾਂ ਇਹ 2-3 ਆਇਤਾਂ ਸਮਝ ਲੱਗੀਆਂ, ਕਿਉਂਕਿ ਜ਼ਬੂਰਾਂ ਦਾ ਮੈਨੂੰ ਇੰਨਾ ਪਤਾ ਨਹੀਂ ਹੈ। ਜਿਸ ਤਰ੍ਹਾਂ ਪਾਸਟਰ ਜੀ ਦੱਸਦੇ, ਅਸੀਂ ਕਾਫੀ ਕੁਛ ਉਹਦੇ ਵਿੱਚੋਂ ਸਿੱਖਦੇ ਹਾਂ, ਪਰ ਮੇਰੇ ਇਸ ਤਰ੍ਹਾਂ ਪੜ੍ਹਨ ਦੇ ਨਾਲ ਮੈਨੂੰ ਇਹ ਲੱਗਾ ਕਿ ਇਹ ਉਸ ਦਾ ਹੋ ਸਕਦਾ ਕਿ ਸੰਸਾਰਿਕ ਚੀਜ਼ਾਂ ਤਾਂ ਸਾਡੇ ਕੋਲ ਬਹੁਤ ਕੁਝ ਹੋ ਸਕਦਾ ਹੈ, ਪਰ ਅਸੀਂ ਉਨੀ ਦੇਰ ਨਹੀਂ ਪ੍ਰਭੂ ਦੇ ਰਾਜ ਵਿੱਚ ਜਾ ਸਕਦੇ ਜਿੰਨੀ ਦੇਰ ਅਸੀਂ ਪ੍ਰਭੂ ਦੇ ਨਾਲ ਟਾਈਮ ਨਹੀਂ ਆਪਣਾ ਉਹਨਾਂ ਦੇ ਨਾਲ ਸਪੈਂਡ ਕਰਦੇ, ਔਰ ਆਪਣਾ ਪ੍ਰਭੂ ਦੇ ਵਚਨ ਨੂੰ ਨਹੀਂ ਸੁਣਦੇ ਔਰ ਸੁਣਾਉਂਦੇ ਨਹੀਂ। ਔਰ ਖੁਦਾ ਦੇ ਰਾਜ ਵਿੱਚ ਸਿਰਫ ਉਹੀ ਦਾਖਲ ਹੋ ਸਕਦੇ ਹਨ ਜੋ ਪ੍ਰਭੂ ਦੇ ਵਿੱਚ ਵਸਦੇ ਹਨ। ਆਮੀਨ।
ਆਮੀਨ, ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਦੀ ਹਾਂ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨਗੇ ਤੇ ਨਾਲੇ ਇਸ ਜ਼ਬੂਰ ਦਾ ਉਹ ਦੂਸਰਾ ਹਿੱਸਾ ਗਾ ਕੇ ਸੁਣਾਉਣਗੇ। ਜੀ ਥੈਂਕ ਯੂ। ਇਹ ਜ਼ਬੂਰ ਫਰਿਆਦ ਹੈ ਖੁਦਾ ਦੇ ਹਜ਼ੂਰ, ਤੇ ਜਿਸ ਤਰ੍ਹਾਂ ਕਿ ਸਾਰੀ ਟੀਮ ਨੇ ਆਲਰੇਡੀ ਬੜਾ ਅੱਛਾ एनालिसिस ਦੇ ਦਿੱਤਾ, ਮੈਂ यही कहांगा कि जिस तरह दाऊद खुदा दे हुजूर फरियाद करता है, बिनती करता है, असी भी अपने खुदा दे अगे अपने मुश्किल दे वक्तां च बिनती करने आ, ते जदों असी बिनती करने आ ते खुदा सुनदा है और असी फिर ईमान रखने आ ते उस ईमान दे मुआफिक और उहदे कलाम दे मुआफिक वो अपने वादियां नूं पूरा करदा है। इस वास्ते ਜਦੋਂ ਵੀ ਅਸੀਂ ਮੁਸ਼ਕਿਲ 'ਚ ਹੋਈਏ ਸਾਨੂੰ ਇਹ ਚਾਹੀਦਾ ਕਿ ਅਸੀਂ ਈਮਾਨ ਰੱਖ ਕੇ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਇੱਕ ਗੱਲ ਪਾਸਟਰ ਐਰਿਕ ਨੇ ਕੀਤੀ ਜਿਹੜੀ ਕਿ ਮੇਰੇ ਜ਼ਿਹਨ 'ਚ ਬੜੀ ਪਹਿਲੇ ਵੀ ਪਿੱਛੇ ਵੀ ਇਹਦਾ ਜ਼ਿਕਰ ਕੀਤਾ ਪਿਛਲੇ ਸੈਸ਼ਨਸ ਦੇ ਵੀ, ਲੇਕਿਨ ਦੁਬਾਰਾ ਉਹਨੂੰ ਕਿਉਂਕਿ ਬੜੀ ਜ਼ਰੂਰੀ ਗੱਲ ਹੈ, ਕਿਉਂਕਿ ਸਾਨੂੰ ਇਹ ਗੱਲ ਜਿਹੜੀ ਹੈ ਇਹ ਸਮਝਾਈ ਨਹੀਂ ਜਾਂਦੀ, ਕਿਉਂਕਿ ਅਸੀਂ ਤਾਲੀਮ ਦੇ ਉੱਤੇ ਹੈ ਕਿ ਸਾਡੀ ਤਾਲੀਮ ਹੋਰ ਤਰ੍ਹਾਂ ਹੁੰਦੀ ਹੈ। ਤੇ ਰਾਸਤਬਾਜ਼ੀ ਦੇ ਬਾਰੇ ਚ ਕਿ कोई नेकोकार नहीं, एक भी नहीं, सब ने गुनाह किया और खुदा के जलाल से महरूम हुए। कोई नेकोकार नहीं, मगर मेरे अंदर या तुहाडे अंदर जो अच्छा है वो खुदावंद दा है और जो कुछ ओदे इलावा है वो सारा मेरा है। हमाकत वो है जो साडे अंदर साडी अपनी है, ते जे असी सोचिए कि साडे अंदर कुछ अच्छा है या देखिए कि कुछ अच्छा है ते वो असल च खुदावंद वालों है। इसे वास्ते क्योंकि ये हो ही नहीं सकता कि खुदावंद दे ठहराया बगैर कोई भी रास्तबाज ठहर सकता। इस वास्ते ये एक इजाज है, एक रुतबा है जिहड़ा खुदावंद ही देंदा है, क्योंकि ओही रास्तबाज है तो ओही देयरफॉर इसी वजह तो ओही रास्तबाज ठहरा सकता है। इस दे नाल मैं ਜ਼ਬੂਰ 17 ਦਾ पंजाबी ਜ਼ਬੂਰ देसी रागां विच उस किताब दे अंदरों तीसरा हिस्सा गा के सुनावांगा। या रब मेरे वास्ते लड़ तू, मैनू बुरियां थों बचा। या रब मेरे वास्ते लड़ तू, मैनू बुरियां थों बचा। या रब मेरे वास्ते लड़ तू, मैनू बुरे हाथों बचा। अपने खंजर नाल जान मेरी तू बदकारां थों छुड़ा। या रब मेरे वास्ते लड़ तू, मैनू बुरे हाथों बचा। या रब अपना हथ वधा के दुनिया थों बचाई तू। या रब अपना हथ वधा के दुनिया थों बचाई तू। आस जिन्ना दी इस जग दे विचों ना थी छुड़ाई तू। आस जिन्ना दी इस जग दे विचों ना थी छुड़ाई तू। या रब मेरे वास्ते लड़ तू, मैनू बुरे हाथों बचा। पर मैं या रब तेरा चेहरा विच सच्चाई वेखांगा। पर मैं या रब तेरा चेहरा विच सच्चाई वेखांगा। जाग के तेरी सूरत है थों, जाग के तेरी सूरत है थों, मैं आसूदा होवांगा। जाके तेरी सूरत ही थों, मैं आसूदा होवांगा। या रब मेरे वास्ते लड़ तू, मैनू बुरे हाथों बचा। आमीन। वेरी गुड।
ਆਮੀਨ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ, ਥੈਂਕ ਯੂ ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਐਂਡ ਮੈਂ ਧੰਨਵਾਦ ਕਰਦੀ ਹਾਂ ਜੋ ਵੀ ਸਾਡੇ ਇਸ ਐਪੀਸੋਡ ਵਿੱਚ ਅੱਜ ਸਾਡੇ ਨਾਲ ਸ਼ਾਮਿਲ ਰਿਹਾ। ਅਸੀਂ ਇਸੇ ਤਰ੍ਹਾਂ ਨੈਕਸਟ ਥਰਸਡੇ ਨੂੰ ਮਿਲ ਕੇ ਤੁਹਾਡੇ ਸਾਰਿਆਂ ਨਾਲ ਫਿਰ ਤੋਂ ਦਾਊਦ ਦੇ ਜ਼ਬੂਰਾਂ ਵਿੱਚ ਗੌਰ ਕਰਾਂਗੇ। ਥੈਂਕ ਯੂ। ਥੈਂਕ ਯੂ।